कि इहो जी किहड़ी एमरजेंसी सी कि उन्हां नूं कोरोना दे दौर दे विच आर्डीनैंस लिआउणा पवे। खेती सूबिਆਂ ਦਾ विषय केंद्र सरकार कानून बना रही है, ये गैर संविधानक है। एक ये दिखाया कि किसान केवल नारे नहीं मारते और वो सियाणप दे नाल किवें चर्चा कर सकते हैं। ਜਿਹੜਾ बोलता ਉਹਨੂੰ प्रधान की नाराज़गी झलनी पैंदी है, नाराज़गी झलनी पैंदी है, बाहर का रस्ता दिखाना पैंदा कि एक तजवीज़ बन रही है एक नवीं संविधानक सोध करन दी ताकि टोटल सहकारी बैंकां ते सोसाइटियां जिहड़ियां केंद्र सरकार के कंट्रोल के हेठ आ जाण। देश की सियासत च देश दीयां पार्टियां आगू फेल रहे हैं, इस करके लोगों की उम्मीद किसान अंदोलन तो ही वध रही है। वो कहते हैं सियासत भी तुसी करो, वो कहते हैं अर्थ व्यवस्था समाजिक इकसुरता सब कुछ तुसी लियाओ। हुण तां क्योंकि जिहड़ा वड्डा मीडिया का वड्डा हिस्सा नैशनल लैवल ते तां उहदी मालकी कारपोरेट घराणे 36 चैनल तां अंबानी दे ने। जदों कारपोरेट नाल लड़ाई है किसान अंदोलन की और कारपोरेट नाल लड़ाई च कारपोरेट मीडिया अंदोलन का पक्ष च किवें खड़ जाऊगा। बाकी दे चैनलों के विच कढ़ दिते जाते हैं। जो राजदीप सरदेसाई वर्गा केजरीवाल की इंटरव्यू दिखा दिंदा ते दूजे की पैरल कली अमित शाह की दिखाओ कहते हैं तो उस बाद उन्होंने बाहर होना पैंदा। मीडिया के एंकरां च भी ये प्रॉब्लम है कि वह काउंटर सवाल उस लैवल का करता ही नहीं। जो मर्जी गरेवाल बोली जाए, हरजीत जो मर्जी तुसीं की कहंदे हो जी, तो ये सारिया रवायती पार्टियां के मुकाबले सत्ता च आ जाण, अपने फैसले आप करन, ये लोगों की तमन्ना है। ਤੁਸੀਂ ਕਿਵੇਂ ਦੇਖਦੇ ਹੋ ਪੰਜਾਬ ਦੇ ਜਿਹੜੇ ਕਿਸਾਨ ਲੀਡਰ ਨੇ ਉਹਨਾਂ ਨੂੰ ਚੋਣਾਂ ਲੜਨੀਆਂ ਚਾਹੀਦੀਆਂ ਨੇ ਜਾਂ ਨਹੀਂ ਲੜਨੀਆਂ ਚਾਹੀਦੀਆਂ? सत श्री अकाल जी, तुसीं जुड़े हुए हो प्रवासी टीवी दे नाल ते मैं तुहाडा दोस्त सफ़र। अज साडे नाल सीनियर जर्नलिस्ट हमीर सिंह होरी ने अपन नाल गलबात करांगे किसानी अंदोलन नूं लैके ते कुछ समाज दे मुद्दਿਆਂ नूं लैके। पर फिलहाल आपां जो गलबात दा धुरा वो किसानी अंदोलन दे इर्द गिर्द रखांगे ते उहदे नाल जिहड़े समाजिक मुद्दे जुड़दे ने वो भी छूहण दी जिहड़ी कोशिश करांगे। सब तो पहले तो बहुत बहुत स्वागत है हमीर सिंह जी तुहाडा प्रवासी टीवी ते। जी शुक्रिया जी। किसानी अंदोलन नूं 26 तरीक नूं 8 महीने पूरे हो जाने आ, ਤਾਂ ਬਹੁਤ ਸਾਰੇ ਉਤਰਾਅ ਚੜਾਅ ਵੀ ਆਏ। ਤੁਸੀਂ ਕਿਵੇਂ ਦੇਖਦੇ ਹੋ ਕਿਸਾਨੀ ਅੰਦੋਲਨ ਨੂੰ ਆਪਣੀ ਨਿਗਾਹ ਦੇ ਨਾਲ, ਆਪਣੀ ਸੋਚ ਦੇ ਨਾਲ? ਕੀ ਪ੍ਰਾਪਤੀਆਂ ਰਹੀਆਂ ਹੁਣ ਤੱਕ ਕਿਸਾਨੀ ਅੰਦੋਲਨ ਦੀਆਂ ਤੇ ਕੀ ਖੋਲਿਆ ਕਿਸਾਨੀ ਅੰਦੋਲਨ ਨੇ? ਕਿਸਾਨ ਅੰਦੋਲਨ ਅਸਲ ਦੇ ਵਿੱਚ ਜਦੋਂ ਲੱਗਿਆ 5 ਜੂਨ ਨੂੰ ਜਦੋਂ ਆਰਡੀਨੈਂਸ ਆਏ ਨੇ, ਆਰਡੀਨੈਂਸ ਦੇ ਰੂਪ 'ਚ ਆਏ ਨੇ ਤੇ ਉਦੋਂ ਤੋਂ ਹੀ ਲੋਕਾਂ ਦੇ ਦਿਲਾਂ ਦੇ ਵਿੱਚ ਇੱਕ ਗੱਲ ਘਰ ਗਈ ਸੀ ਕਿ ਕਰੋਨਾ ਦੇ ਦੌਰ ਦੇ ਵਿੱਚ ਆਰਡੀਨੈਂਸ ਲਿਆਉਣ ਦੀ ਜ਼ਰੂਰਤ ਕਿਉਂ ਹੈ, ਸਾਡੇ ਨਾਲ ਕੋਈ ਠੱਗੀ ਵੱਜ ਰਹੀ ਹੈ ਜੀ। ਨਹੀਂ ਤਾਂ ਇਹ ਆਮ ਹਾਲਾਤ ਦੇ ਵਿੱਚ ਇਹ ਕੋਈ ਐਮਰਜੈਂਸੀ ਨਹੀਂ ਸੀ, ਨਾ ਅੱਜ ਤੱਕ ਗਵਰਨਮੈਂਟ ਨੇ ਇਹ ਦੱਸਿਆ ਕਦੇ ਵੀ ਕਿ ਇਹੋ ਜੀ ਕਿਹੜੀ ਐਮਰਜੈਂਸੀ ਸੀ ਕਿ ਉਹਨਾਂ ਨੂੰ ਕਰੋਨਾ ਦੇ ਦੌਰ ਦੇ ਵਿੱਚ ਆਰਡੀਨੈਂਸ ਲਿਆਉਣਾ ਪਵੇ। ਆਰਡੀਨੈਂਸ ਕਿਸੇ ਐਮਰਜੈਂਸੀ 'ਚ ਆਉਂਦਾ, ਵੈਸੇ ਤਾਂ ਲੋੜ ਨਹੀਂ ਹੈ। ਦੂਜੀ ਗੱਲ ਇਹ ਹੈ ਕਿ ਜਦੋਂ ਤੋਂ ਫਿਰ ਹੌਲੀ ਕਿਸਾਨਾਂ ਨੇ ਕਰੋਨਾ ਦੇ ਦੌਰਾਨ ਹੀ 1-2 ਮਹੀਨੇ ਇੱਥੇ ਟਰਾਈ ਕੀਤੀ ਅੰਦੋਲਨ ਦੇ ਰੂਪ ਦੇ ਵਿੱਚ, ਪੰਜਾਬ ਦੇ ਵਿੱਚ ਇੱਕ ਵਿਆਪਕ ਯੂਨਿਟੀ ਬਣੀ 32 ਕਿਸਾਨ ਜਥੇਬੰਦੀਆਂ ਦੀ। ਫਿਰ ਉਹਨੇ ਦੂਜੇ ਰਾਜਾਂ ਦੀਆਂ ਜਥੇਬੰਦੀਆਂ ਵੀ ਬੁਲਾ ਕੇ ਸੰਯੁਕਤ ਮੋਰਚਾ ਬਣਾਇਆ ਤੇ 26 ਨਵੰਬਰ ਤੋਂ ਫਿਰ ਇੱਕ ਸੱਦਾ ਸੀ ਦਿੱਲੀ ਜਾਣ ਦਾ ਤੇ 26 ਨਵੰਬਰ ਤੋਂ ਅੱਜ 26 ਤਰੀਕ ਹੈ, 8 ਮਹੀਨੇ ਪੂਰੇ ਹੋ ਚੁੱਕੇ ਨੇ। तमाम ਰੋਕਾਂ ਤੋੜ ਕੇ, तमाम ਪਾਣੀ ਦੀਆਂ ਬੁਛਾੜਾਂ, ਥਰੂ ਗੈਸ ਦੇ ਗੋਲੇ, ਸਭ ਦੀ ਬੇਪਰਵਾਹ ਹੋ ਕੇ ਹਜ਼ਾਰਾਂ ਦੀ ਤਾਦਾਦ 'ਚ ਬੰਦੇ ਉੱਥੇ ਲਗਾਤਾਰ ਬੈਠੇ ਨੇ। ਇਸ ਲਈ ਕਿਸਾਨ ਅੰਦੋਲਨ ਦੀ ਸਭ ਤੋਂ ਵੱਡੀਆਂ ਪ੍ਰਾਪਤੀਆਂ 'ਚ 2-3 ਚੀਜ਼ਾਂ ਬਹੁਤ ਮਹੱਤਵਪੂਰਨ ਨੇ। ਇੱਕ ਤਾਂ ਉਹਨੇ ਜਿਹੜਾ ਡਾਇਗਨੋਜ਼ ਕੀਤਾ ਸਮੱਸਿਆ ਦਾ ਕਿ ਅਸਲ 'ਚ ਮਸਲਾ ਕੀ ਹੈ, ਇਹ ਬਹੁਤ ਖੂਬਸੂਰਤ ਹੈ ਔਰ ਬਹੁਤ ਸਟੀਕ ਹੈ, ਜਿਹੜਾ ਕਿ ਹਜੇ ਤੱਕ ਪਹਿਲੀ ਵਾਰ ਉਹਨਾਂ ਸੰਖੇਪ ਔਰ ਕੰਕਰੀਟ ਹੋਇਆ। ਇੱਕ ਤਾਂ ਉਹਨਾਂ ਨੇ ਇਹ ਕੀਤਾ ਕਿ ਇਹ ਤਾਕਤਾਂ ਦੇ ਕੇਂਦਰੀਕਰਨ ਹੈ, ਜਿਹੜਾ ਕੇਂਦਰ ਸਰਕਾਰ ਲਗਾਤਾਰ ਉੱਧਰ ਵੱਧ ਰਹੀ ਹੈ। ਕਦੇ ਸਿੱਖਿਆ ਨੂੰ ਸਾਂਝੀ ਸੂਚੀ 'ਚ ਲੈ ਜਾਓ, ਕਦੇ ਸਿਹਤ ਨੂੰ ਸਾਂਝੀ ਸੂਚੀ 'ਚ ਲੈ ਲਓ, ਜਿਵੇਂ ਹੁਣ ਸਹਿਕਾਰਤਾ ਨੂੰ ਵੀ ਸਾਂਝੀ ਸੂਚੀ 'ਚ ਲਿਜਾਣ ਨੂੰ ਫਿਰਦੇ ਨੇ। ਉਸੇ ਤਰ੍ਹਾਂ ਖੇਤੀ ਸੂਬਿਆਂ ਦਾ ਵਿਸ਼ਾ ਕੇਂਦਰ ਸਰਕਾਰ ਕਾਨੂੰਨ ਬਣਾ ਰਹੀ ਹੈ, ਇਹ ਗੈਰ ਸੰਵਿਧਾਨਕ ਹੈ। ਕਿਸਾਨਾਂ ਨੇ ਫੈਡਰਲਿਜ਼ਮ ਦੀ ਲੜਾਈ ਦੇ ਰੂਪ ਦੇ ਵਿੱਚ ਉਹਨੂੰ ਇਹ ਦੱਸਿਆ ਕੇਂਦਰ ਨੂੰ ਕਿ ਤੁਸੀਂ ਇਹ ਕਾਨੂੰਨ ਬਣਾ ਹੀ ਨਹੀਂ ਸਕਦੇ, ਤੁਹਾਡਾ ਅਧਿਕਾਰ ਖੇਤਰ ਨਹੀਂ ਹੈ। ਇਸ ਕਰਕੇ ਉਹਨਾਂ ਨੇ ਇੱਕ ਫੈਡਰਲਿਜ਼ਮ ਦਾ ਮੁੱਦਾ ਪਾ ਲਿਆ, ਇਹ ਡਾਇਗਨੋਜ਼ ਕੀਤਾ ਤੇ ਇਸੇ ਲਈ ਉਹਨਾਂ ਨੇ ਇਹ ਦਲੀਲ ਦਿੱਤੀ। ਦੂਜੀ ਉਹਨੇ ਇਹ ਕੀਤਾ ਕਿ ਜਿਹੜਾ ਇਹ ਮੰਡੀਆਂ ਦਾ ਸਿਸਟਮ ਪੈਰਲਲ ਕਾਨੂੰਨ ਬਣ ਰਹੇ ਨੇ,
ਇਹ ਸਾਰੇ ਸਾਡੀਆਂ ਜਿਹੜੀਆਂ ਪੁਰਾਣੀਆਂ ਸੂਬਿਆਂ ਦੀਆਂ ਮੰਡੀਆਂ ਨੇ ਉਹਨਾਂ ਨੂੰ ਤੋੜ ਦੇਣਾ ਚਾਹੁੰਦੇ ਨੇ। ਤੇ ਜਦੋਂ ਉਹ ਮੰਡੀਆਂ ਟੁੱਟਦੀਆਂ ਨੇ ਉਹਦਾ ਕਾਰਨ ਇਹ ਹੈ ਕਿ ਪ੍ਰਾਈਵੇਟ ਪਲੇਅਰ ਦੀਆਂ ਜਿਹੜੀਆਂ ਮੰਡੀਆਂ ਨੇ ਉੱਥੇ 0 ਟੈਕਸ ਹੈ ਤੇ ਦੂਜੀਆਂ 8.5% ਟੈਕਸ ਹੈ, ਤਾਂ ਆਟੋਮੈਟਿਕਲੀ ਲੋਕ ਉਧਰ ਚਲੇ ਜਾਣਗੇ ਜਾਂ ਜਿਹੜੇ ਗਾਹਕ ਨੇ। ਉਸ ਤਰੀਕੇ ਦੇ ਨਾਲ ਕੀ ਹੋ ਜਾਊਗਾ, ਜਦੋਂ ਮੰਡੀ ਤੰਤਰ ਖਤਮ ਹੁੰਦਾ ਉਹਦੇ ਨਾਲ ਜਿੰਨੇ ਵੀ ਮਜ਼ਦੂਰ ਪਰਿਵਾਰ 3.5 ਲੱਖ ਮੰਡੀਆਂ 'ਚ ਕੰਮ ਕਰਦਾ ਉਹਦਾ ਰੁਜ਼ਗਾਰ ਵੀ ਜਾਂਦਾ। ਤੇ ਇਸੇ ਨਾਲ ਕਿਸਾਨ ਨੂੰ ਜਿਹੜੀ ਮਾੜੀ ਮੋਟੀ ਘੱਟੋ ਘੱਟ ਸਮਰਥਨ ਮੁੱਲ ਤੇ ਵਿਕਦੀ ਹੈ ਚੀਜ਼, ਉਹ ਵੀ ਆ 2-3-2.5 ਸੂਬਿਆਂ ਦੇ ਵਿੱਚ ਕਣਕ ਤੇ ਝੋਨਾ, ਉਹਦਾ ਵਿਕਣ ਦਾ ਰਾਹ ਵੀ ਬੰਦ ਹੋਣ ਦੀ ਖਦਸ਼ਾ ਜਿਹੜਾ ਪ੍ਰਗਟ ਹੁੰਦਾ ਘੱਟੋ ਘੱਟ ਸਮਰਥਨ ਮੁੱਲ ਦਾ। ਉਹਨੇ ਕਿਹਾ ਕਿ ਇਹ ਕਾਰਪੋਰੇਟ ਦੇ ਨੂੰ ਸਾਰਾ ਕੁਝ ਦੇਣ ਦਾ ਤਰੀਕਾ ਹੈ ਕਿ ਕਾਰਪੋਰੇਟ ਘਰਾਣੇ ਸਾਰਾ ਕੁਝ ਲੈ ਜਾਣਗੇ, ਇਹ ਉਹਦੀ ਨਿਸ਼ਾਨਦੇਹੀ ਹੈ। ਤੇ ਉਹਦੇ ਤੋਂ ਬਾਅਦ ਲਗਾਤਾਰ ਚੱਲਦੇ ਦੌਰਾਨ ਫਿਰ ਕੀ ਕੀਤਾ ਉਹ ਸਾਰੇ ਮਾਮਲੇ ਨੇ, ਉਹਦੇ 'ਚ ਬਾਰ-ਬਾਰ ਇਹ ਕਿਹਾ ਜਾਂਦਾ ਰਿਹਾ ਕਿ ਕਿਸਾਨ ਅੰਦੋਲਨ ਸਿੱਖਾਂ ਦਾ, ਖਾਲਿਸਤਾਨੀ ਨੇ, ਮਾਓਵਾਦੀ ਨੇ, ਬਾਕੀ ਨੇ, ਇੱਧਰ ਉੱਧਰ ਨੇ, ਬਹੁਤ ਚੀਜ਼ਾਂ ਹੋਈਆਂ। ਇਹ ਕਿਸਾਨ ਅੰਦੋਲਨ ਨੇ ਸਫਲਤਾ ਨਾਲ ਉਹਨੂੰ ਰੱਦ ਕੀਤਾ। ਇਹਨੇ ਬਹੁਤ ਵੱਡੇ ਪੱਧਰ 'ਤੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇੱਕ ਤਾਂ ਇਹ ਅੰਦੋਲਨ ਐਡੀਆਂ ਲੱਖਾਂ ਦੀ ਤਾਦਾਦ 'ਚ ਬੰਦੇ ਸ਼ਾਂਤਮਈ ਨੇ, ਇੰਨੇ ਲੰਮੇ ਸਮੇਂ ਤੋਂ ਸ਼ਾਂਤਮਈ ਨੇ, ਇਸੇ ਕਰਕੇ ਇਹਨੇ ਬਹੁਤ ਵੱਡੀ ਗਿਣਤੀ 'ਚ ਕਿਸਾਨ ਔਰਤਾਂ ਨੂੰ ਸਾਹਮਣੇ ਲਿਆ ਕੇ ਸਮਾਜਿਕ ਬਰਾਬਰੀ, ਸਮਾਜਿਕ ਉਹਨਾਂ ਦੀ ਲੋੜ ਦਾ ਇੱਕ ਰਸਤਾ ਖੋਲ੍ਹਿਆ। ਦੂਜਾ ਇਹਨੇ ਰਸਤਾ ਪਿੰਡਾਂ 'ਚ ਭਾਈਚਾਰਕ ਸਾਂਝ ਪੈਦਾ ਕੀਤੀ ਹੈ, ਜਿਹੜੇ ਪਾਰਟੀਆਂ ਦੇ ਧੜੇਬੰਦੀ 'ਚ ਵੰਡੇ ਹੋਏ ਸੀ ਉਹਨਾਂ ਦੇ ਮੁਕਾਬਲੇ ਸਾਂਝ ਪਾਈ ਹੈ। ਤੀਜਾ ਇਹਨਾਂ ਜਿਹੜੇ ਟਕਰਾਅ ਸੀ ਸੂਬਿਆਂ ਦੇ, ਹਰਿਆਣੇ ਪੰਜਾਬ ਦਾ, ਕਦੇ ਪਾਣੀ ਤੇ ਕਦੇ ਇਲਾਕਿਆਂ ਤੇ ਕਦੇ ਕਾਸੇ, ਉਹਨਾਂ 'ਚ ਮੁਹੱਬਤ ਵਧਾਈ ਹੈ। ਚੌਥਾ ਇਹਨੇ ਇਕੱਲਾ ਇੱਥੇ ਨਹੀਂ, ਇਹਨੇ ਦੁਨੀਆ ਦੇ ਵੱਡੇ ਵੱਡੇ ਜਿਹੜੇ ਸੋਚਵਾਨ ਨੇ, ਚਿੰਤਕ ਨੇ, ਚਾਹੇ ਉਹ ਨੋਮ ਚਮਸਕੀ ਹੋਵੇ, ਜੋਸਫ ਸਟਿਗਲਿਟਸ ਹੋਵੇ, ਚਾਹੇ ਬਾਕੀ ਦੇ ਵੱਡੇ ਲੋਕ ਹੋਣ, ਗ੍ਰੇਟਾ ਥੁਨਬਰਗ ਜਿਹੜੀ ਹੈ, ਚਾਹੇ ਉਹ ਗੱਲ ਕਰਦੀ ਹੋਵੇ, ਉਹਨਾਂ ਨੂੰ ਇਹਦਾ ਮਤਲਬ ਉੱਥੇ ਉਸ ਲੈਵਲ ਦਾ ਧਿਆਨ ਖਿੱਚ ਕੇ ਇਹ ਕਿਹਾ ਕਿ ਇਹ ਅੰਦੋਲਨ ਦੁਨੀਆ ਨੂੰ ਰਾਹ ਦਿਖਾ ਰਿਹਾ ਇਸ ਲੈਵਲ 'ਤੇ। ਤੇ ਹੁਣ ਜਿਹੜਾ ਖਾਸ ਤੌਰ 'ਤੇ ਅਗਲੇ ਪੜਾਅ ਦੇ ਵਿੱਚ, ਕਿਉਂਕਿ ਪਹਿਲੀ ਵਾਰ ਸੰਸਦ ਆਈ ਹੈ, ਮੌਨਸੂਨ ਸੈਸ਼ਨ ਹੈ, ਉਹਦੇ ਪੈਰਲਲ ਇੱਕ ਪਾਰਲੀਮੈਂਟ, ਕਿਸਾਨ ਪਾਰਲੀਮੈਂਟ ਲਗਾ ਕੇ ਇਹ ਇੱਕ ਐਡਾ ਵੱਡਾ ਕਦਮ ਹੈ ਜਿਹੜਾ ਇੱਕ ਪੈਰਲਲ ਚੱਲਿਆ। ਇਹਨੂੰ ਮੀਡੀਆ ਨੇ ਵੀ ਬੜਾ ਕਵਰ ਕੀਤਾ। ਮੁੜ ਕੇ ਇਹ ਸੈਂਟਰ ਸਟੇਜ 'ਚ ਆ ਗਿਆ, ਲੋਕਾਂ ਦੇ, ਸਿਆਸਤਦਾਨਾਂ ਦੇ ਵੀ, ਮੀਡੀਆ ਦੇ ਤੇ ਆਮ ਲੋਕਾਂ ਦੇ। ਹਾਲਾਂਕਿ ਇਹਨੂੰ ਲੀਹੋਂ ਲਾਉਣ ਦੀ ਬਹੁਤ ਕੋਸ਼ਿਸ਼ ਹੋਈ ਕਿ ਉਹ ਕੇਂਦਰਤ ਨਾ ਰਹੇ, ਕਿਸਾਨ ਅੰਦੋਲਨ ਤੇ ਲੋਕਾਂ ਦਾ ਤੇ ਮੀਡੀਆ ਦਾ ਧਿਆਨ ਨਾ ਰਹੇ, ਪਰ ਜਿਹੜੀ ਰਣਨੀਤੀ ਹੁਣ ਅਪਣਾਈ ਗਈ ਪੈਰਲਲ ਸੰਸਦ ਦੀ, ਉਹਨੇ ਧਿਆਨ ਫਿਰ ਫੋਕਸ ਕਰ ਲਿਆ। ਦੂਜੀ ਗੱਲ ਇਹ ਹੈ ਇਹਦੇ ਵਿੱਚ ਹੀ ਇੱਕ ਇਹ ਦਿਖਾਇਆ ਕਿ ਕਿਸਾਨ ਕੇਵਲ ਨਾਅਰੇ ਨਹੀਂ ਮਾਰਦੇ ਔਰ ਉਹ ਸਿਆਣਪ ਦੇ ਨਾਲ ਕਿਵੇਂ ਚਰਚਾ ਕਰ ਸਕਦੇ ਨੇ, ਕਿਵੇਂ ਉਹ ਬਿੱਲ ਕਾਲੇ ਨੇ, ਕਿੱਥੇ ਕਾਲੇ ਨੇ, ਉਹਨਾਂ ਦੀ ਵੀ ਗੱਲ ਕਰ ਸਕਦੇ ਨੇ। ਤੇ ਹੋਰ ਇੱਕ ਗੱਲ ਜਿਹੜੀ ਇੰਪੋਰਟੈਂਟ ਇਹਦੇ ਵਿੱਚ ਹੋਈ ਹੈ, ਕਿਸਾਨਾਂ ਨੇ ਵੋਟਰਜ਼ ਵਿਪ ਜਾਰੀ ਕੀਤਾ ਜੀ। ਉਹ ਵੋਟਰਜ਼ ਵਿਪ ਵੀ ਜਮਹੂਰੀਅਤ ਨੂੰ ਹੋਰ ਅੱਗੇ ਵਧਾਉਂਦਾ। ਕਿਵੇਂ? ਕਿਉਂਕਿ ਦਲ ਬਦਲੀ ਵਿਰੋਧੀ ਕਾਨੂੰਨ ਤੋਂ ਬਾਅਦ ਸਾਡੀ ਸਿਆਸਤ ਦੇ ਵਿੱਚ ਪਾਰਟੀ ਪ੍ਰਧਾਨ ਇੰਨੇ ਜ਼ਿਆਦਾ ਤਾਕਤਵਰ ਹੋ ਗਏ ਕਿ ਪਾਰਟੀਆਂ ਦੀ ਅੰਦਰਲੀ ਜਮਹੂਰੀਅਤ ਖਤਮ ਹੋ ਗਈ। ਪਾਰਟੀਆਂ ਦੀ ਅੰਦਰਲੀ ਜਮਹੂਰੀਅਤ ਖਤਮ ਹੋਣ ਦੇ ਕਰਕੇ ਉਹਨਾਂ 'ਚ ਕੁਝ ਬੋਲ ਹੀ ਨਹੀਂ ਸਕਦਾ ਕੋਈ, ਨਾ ਪਾਰਲੀਮੈਂਟ ਨਾ ਅਸੈਂਬਲੀ ਦੇ ਵਿੱਚ। ਜਿਹੜਾ ਬੋਲਦਾ ਉਹਨੂੰ ਪ੍ਰਧਾਨ ਦੀ ਨਾਰਾਜ਼ਗੀ ਝੱਲਣੀ ਪੈਂਦੀ ਹੈ, ਨਾਰਾਜ਼ਗੀ ਝੱਲਣੀ ਪੈਂਦੀ ਹੈ, ਬਾਹਰ ਦਾ ਰਸਤਾ ਦਿਖਾਉਣਾ ਪੈਂਦਾ। ਜਦੋਂ ਵੋਟਰ ਵਿਪ ਆਉਂਦਾ ਤਾਂ ਉਹ ਪਾਰਟੀ ਦੀ ਤਾਕਤ ਦੇ ਮੁਕਾਬਲੇ ਲੋਕਾਂ ਦੀ ਤਾਕਤ, ਉਹ ਪਾਰਟੀ ਪ੍ਰਤੀ ਜਵਾਬਦੇਹੀ ਦੇ ਮੁਕਾਬਲੇ ਲੋਕਾਂ ਪ੍ਰਤੀ ਜਵਾਬਦੇਹੀ ਦੀ ਡੈਮੋਕ੍ਰੇਸੀ ਦਾ ਇੱਕ ਨਵਾਂ ਮਾਡਲ ਵੱਲ ਸੰਕੇਤ ਕਰਦਾ ਕਿ ਇੱਕ ਅਲੱਗ ਟਾਈਪ ਦਾ ਮਾਡਲ ਹੈ, ਅਲੱਗ ਟਾਈਪ ਦੀ ਸਿਰਜਣਾ ਕਰਦਾ। ਇਹ ਖੂਬਸੂਰਤ ਇੱਕ ਪ੍ਰਾਪਤੀ ਉਸ ਲੈਵਲ 'ਤੇ। ਜਿਵੇਂ ਹੁਣ ਅੱਜ 26 ਤਰੀਕ ਹੈ, ਅੱਜ ਟੋਟਲ ਜਿਹੜੀਆਂ ਔਰਤਾਂ ਨੇ ਉਹ 200 ਔਰਤ ਜਿਹੜੀ ਪਾਰਲੀਮੈਂਟ ਚਲਾਊਗੀ, ਕਿਸਾਨ ਪਾਰਲੀਮੈਂਟ, ਉਹ ਕੀ ਰਸਤਾ ਦੱਸਦੀ ਹੈ? ਜਿਹੜੀ ਪਾਰਲੀਮੈਂਟ ਉਹਦੇ ਪੈਰਲਲ ਚੱਲ ਰਹੀ ਹੈ, ਜਿਹਦੇ 'ਚ 30 ਸਾਲਾਂ ਤੋਂ ਔਰਤਾਂ ਦੀ 33% ਰਿਜ਼ਰਵੇਸ਼ਨ ਦਾ ਮੁੱਦਾ ਪੈਂਡਿੰਗ ਪਿਆ ਹੈ। ਵੱਖ-ਵੱਖ ਸਰਕਾਰਾਂ ਆਈਆਂ ਪਰ ਉਹ ਨਹੀਂ ਕੀਤਾ ਤਾਂ ਕਿ ਔਰਤਾਂ ਬਰਾਬਰ ਦੀ ਭੂਮਿਕਾ 'ਚ ਆਉਣ। ਪਰ ਇਹ ਕਿਸਾਨ ਪਾਰਲੀਮੈਂਟ ਪੈਰਲਲ ਦਿਖਾ ਕੇ ਕਿਸਾਨਾਂ ਦੀਆਂ ਔਰਤਾਂ ਇਹ ਸਾਬਤ ਕਰਦਾ ਕਿ ਕਿਸਾਨੀ ਜਦੋਂ ਇਹੋ ਜਿਹੀ ਸੋਚ ਜਦੋਂ ਸੱਤਾ 'ਚ ਆਉਂਦੀ ਹੈ ਜਾਂ ਇਹੋ ਜਿਹੀ ਸੋਚ ਜਦੋਂ ਪ੍ਰਣਾਲੀ ਚੱਲਦੀ ਹੈ ਤਾਂ ਔਰਤਾਂ ਨੂੰ ਕਿਵੇਂ ਬਰਾਬਰ ਦੇ ਹੱਕ ਦੇ ਵੱਲ ਵੀ ਅੱਗੇ ਵਧੂਗੀ ਔਰ ਵੱਧਦੀ ਹੈ। ਉਹਦੇ ਲਈ ਚੈਲੰਜ ਕ੍ਰੀਏਟ ਕੀਤਾ। ਇੱਕ ਬਹੁਤ ਵੱਡਾ ਇੱਕ ਇਹਦਾ ਦਾਇਰਾ ਹੈ ਜਿਹੜਾ ਉਸ ਪੱਧਰ ਦੇ ਉੱਤੇ ਕਿਸਾਨੀ ਨੇ ਸਿਰਜਿਆ। ਮਾਮਲਾ ਹੁਣ ਕੇਵਲ 3 ਕਾਨੂੰਨਾਂ ਦਾ ਤੇ ਜਾਂ ਇਕੱਲੀ ਘੱਟੋ ਘੱਟ ਸਮਰਥਨ ਮੁੱਲ ਤੱਕ ਸੀਮਤ ਨਹੀਂ, ਇਹ ਵਿਆਪਕ ਅਸਰ ਅੰਦਾਜ਼ ਹੋ ਰਿਹਾ ਲੋਕਾਂ ਦੇ ਜੀਵਨ ਤੇ, ਲੋਕਾਂ ਦੀਆਂ ਭਾਵਨਾਵਾਂ ਤੇ, ਲੋਕਾਂ ਦੀਆਂ ਜ਼ਿੰਦਗੀਆਂ ਦੇ ਉੱਤੇ। ਔਰ ਹੁਣ ਇਹ ਮੇਰਾ ਖਿਆਲ ਹੈ ਹੰਕਾਰ ਤੇ ਸਬਰ, ਇਹ ਦੋਨਾਂ 'ਚ ਲੜਾਈ ਹੈ। ਉਹ ਸਬਰ ਪਰਖਣਾ ਚਾਹੁੰਦੇ ਨੇ ਕਿ ਕਿੰਨਾ ਚਿਰ ਬੈਠਦੇ ਨੇ, ਕਿੰਨਾ ਚਿਰ ਹੋਰ ਜ਼ਿਆਦਾ ਦਮ ਹੈ। ਤੇ ਮੋਦੀ ਸਰਕਾਰ ਜਿਹੜੀ ਹੰਕਾਰ ਦੇ ਰੂਪ ਦੇ ਵਿੱਚ ਕਿ ਜਿਹੜਾ ਕਿਸਾਨ ਅੰਦੋਲਨ ਸੈਂਟਰਲਾਈਜੇਸ਼ਨ ਦੇ ਖਿਲਾਫ ਹੈ, ਅਜੇ ਵੀ ਮੋਦੀ ਸਰਕਾਰ ਜਿਹੜੀ ਇਹ ਗੱਲ ਮੰਨ ਲਈ ਗਈ ਸੀ
ਇਦੋਂ ਪਹਿਲਾਂ ਗੱਲ ਜਿਹੜੀ 11 ਵਾਰ ਕਿਸਾਨਾਂ ਨਾਲ ਗੱਲਬਾਤ ਹੋਈ ਹੈ ਕਿ ਬਿਜਲੀ ਕਾਨੂੰਨ ਅਸੀਂ ਨਹੀਂ ਲਿਆਵਾਂਗੇ, ਬਿੱਲ ਨਹੀਂ ਲਿਆਵਾਂਗੇ ਪਾਰਲੀਮੈਂਟ 'ਚ। ਇਸੇ ਤਰ੍ਹਾਂ ਜਿਹੜਾ ਉਹ ਵਾਤਾਵਰਨ ਦਾ ਮੁੱਦਾ ਉਹ 'ਚੋਂ ਕਿਸਾਨੀ ਨੂੰ ਬਾਹਰ ਕੱਢ ਦਾਂਗੇ। ਪਰ ਹੁਣ ਜਿਹੜੀ ਉਹ ਤਰਤੀਬ ਹੈ ਕਾਨੂੰਨਾਂ ਦੀ ਐਸੇ ਸੈਸ਼ਨ ਦੇ ਵਿੱਚ ਉਹ ਲਿਆ ਰਹੇ ਨੇ ਬਿਜਲੀ ਵਾਲਾ ਕਾਨੂੰਨ, ਜਿਹਦੇ ਨਾਲ ਬਿਲਕੁਲ ਹੀ ਸੂਬੇ ਤੇ ਆਮ ਲੋਕ ਅਤੇ ਆਮ ਲੋਕਾਂ ਦੀ ਸਬਸਿਡੀ ਦਾ ਸਵਾਲ ਹੈ ਉਹ ਮਾਰਿਆ ਜਾਣਾ। ਤੇ ਇਦੋਂ ਅਗਲਾ ਸਵਾਲ ਜਿਹੜਾ ਉਸੇ ਦੇ ਵਿੱਚ ਹੈ, ਐਤਕੀ ਜਦੋਂ ਰੀਸਫਲਿੰਗ ਕੀਤੀ ਹੈ, ਮੋਦੀ ਨੇ ਆਪਣੇ ਮੰਤਰੀ ਮੰਡਲ ਦੇ ਵਿੱਚ ਤਬਦੀਲੀ ਕੀਤੀ ਹੈ, ਉਦੋਂ ਖੇਤੀਬਾੜੀ 'ਚੋਂ ਇੱਕ ਸਹਿਕਾਰਤਾ ਮੰਤਰਾਲਾ ਕੱਢ ਲਿਆ ਅਲੱਗ। ਹੁਣ 4 ਦਿਨ ਪਹਿਲਾਂ ਦੀ ਇੱਕ ਰਿਪੋਰਟ ਹੈ ਫਾਈਨੈਂਸ਼ੀਅਲ ਐਕਸਪ੍ਰੈਸ ਅਖਬਾਰ ਦੀ ਕਿ ਇੱਕ ਤਜਵੀਜ਼ ਬਣ ਰਹੀ ਹੈ ਇੱਕ ਨਵੀਂ ਸੰਵਿਧਾਨਕ ਸੋਧ ਕਰਨ ਦੀ, ਤਾਂ ਕਿ ਟੋਟਲ ਸਹਿਕਾਰੀ ਬੈਂਕਾਂ ਤੇ ਸੁਸਾਇਟੀਆਂ ਜਿਹੜੀਆਂ ਉਹ ਕੇਂਦਰ ਸਰਕਾਰ ਦੇ ਕੰਟਰੋਲ ਦੇ ਹੇਠ ਆ ਜਾਣ, ਉਹਨੂੰ ਸਾਂਝੀ ਸੂਚੀ ਦੇ ਵਿੱਚ ਸ਼ਾਮਲ ਕਰ ਲਿਆ ਜਾਏ। ਇਸ ਲਈ ਗੌਰਮੈਂਟ ਅਜੇ ਵੀ ਆਪਣੇ ਉਸ ਤਾਕਤਾਂ ਦੇ ਕੇਂਦਰੀਕਰਨ ਦੇ ਰੌਂਦ ਦੇ ਵਿੱਚ ਹੈ। ਇਹਦੇ ਮਤਲਬ ਇਹ ਹੈ ਕਿ ਕਿਸਾਨ ਅੰਦੋਲਨ ਤਾਂ ਲੜਿਆ ਹੀ ਲੜਿਆ, ਪਰ ਇਹ ਜਿਹੜੀ ਸਿਆਸਤਦਾਨਾਂ ਦੀ ਜ਼ਰੂਰਤ ਸੀ ਸਿਆਸਤ ਕਰਨ ਦੀ ਇਹਨਾਂ ਸਿਆਸੀ ਮੁੱਦਿਆਂ ਦੇ ਉੱਤੇ। ਦੇਸ਼ ਦੀ ਸਿਆਸਤ 'ਚ ਦੇਸ਼ ਦੀਆਂ ਪਾਰਟੀਆਂ ਆਗੂ ਫੇਲ ਰਹੇ ਨੇ, ਇਸੇ ਕਰਕੇ ਲੋਕਾਂ ਦੀ ਉਮੀਦ ਕਿਸਾਨ ਅੰਦੋਲਨ ਤੋਂ ਹੀ ਵੱਧ ਰਹੀ ਹੈ। ਉਹ ਕਹਿੰਦੇ ਨੇ ਸਿਆਸਤ ਵੀ ਤੁਸੀਂ ਕਰੋ, ਉਹ ਕਹਿੰਦੇ ਨੇ ਅਰਥ ਵਿਵਸਥਾ, ਸਮਾਜਿਕ ਇਕਸੁਰਤਾ ਸਭ ਕੁਝ ਤੁਸੀਂ ਲਿਆਓ, ਤੇ ਤਾਂ ਕਿ ਦੂਜਾ ਰੋਲ ਜਿਹੜਾ ਜਿਨ੍ਹਾਂ ਨੇ ਨਹੀਂ ਨਿਭਾਇਆ, ਨਾ ਬੌਧਿਕ ਤਬਕੇ ਨੇ ਤੇ ਨਾ ਸਿਆਸਤਦਾਨਾਂ ਨੇ, ਉਹਦੇ ਕਰਕੇ ਪ੍ਰੋਬਲਮ ਖੜੀ ਹੈ। ਤਾਂ ਹੀ ਉਮੀਦ ਜ਼ਿਆਦਾ ਕਿਸਾਨ ਅੰਦੋਲਨ ਤੋਂ ਬਣ ਰਹੀ ਹੈ। ਹਮੀਰ ਸਿੰਘ ਜੀ, ਅਕਾਲੀ ਦਲ ਕਿਸੇ ਸਮੇਂ ਫਾਇਦੇ ਗਿਣਾਉਂਦਾ ਸੀਗਾ ਕਿਸਾਨੀ ਬਿੱਲਾਂ ਦੇ, ਤੇ ਕਾਂਗਰਸ ਵੀ ਹੁਣ ਹਾਮੀ ਭਰ ਰਹੀ ਆ ਕਿਸਾਨੀ ਅੰਦੋਲਨ ਦੇ ਨਾਲ ਖੜੇ ਹੋਣ ਦੀ। ਤਾਂ ਇਹ ਬਿੱਲ ਪਾਸ ਹੋਏ, ਤੁਸੀਂ ਜਿਹੜੀਆਂ ਵਿਰੋਧੀ ਧਿਰਾਂ ਨੇ ਜਾਂ ਮੌਜੂਦਾ ਤੇ ਰਸਟ ਆਪਣੀ ਜੇਕਰ ਪੰਜਾਬ ਸਟੇਟ ਦੀ ਗੱਲ ਕਰ ਲਈਏ ਤਾਂ ਕਿਸਾਨੀ ਬਿੱਲਾਂ ਤੇ ਇਹਨਾਂ ਪਾਰਟੀਆਂ ਦੇ ਰੋਲ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਸਰਜੀਤ ਫੂਲ ਇੱਕ ਪਾਸੇ ਇਹ ਕਹਿੰਦੇ ਨੇ ਕਿ ਕਾਂਗਰਸ ਦੋਵੇਂ ਪਾਸੇ ਜਾਰੀ ਪਗਾ ਰਹੀ ਆ ਵੀ ਸੋਧ ਦੇ ਮਤੇ ਲਿਆ ਰਹੇ ਨੇ, ਰੱਦ ਵਾਲੇ ਮਤੇ ਨਹੀਂ ਲਿਆ ਰਹੇ। ਉਹ ਇੱਕ ਟੈਕਨੀਕਲ ਸਵਾਲ ਨੇ ਕਿ ਸੋਧ ਦਾ ਮਤਾ ਜਾਂ ਰੱਦ ਦਾ ਮਤਾ। ਦੇਖੋ ਇੱਕ ਗੱਲ ਇਹ ਹੈ ਕਿ ਉਹਨਾਂ ਦੀ ਪਾਲਿਸੀ 'ਚੋਂ ਨਹੀਂ ਆਇਆ ਕਿਸੇ ਵੀ ਜਥੇਬੰਦੀ ਦੇ ਵਿੱਚੋਂ, ਪਰ ਇਹ ਕਿਸਾਨ ਅੰਦੋਲਨ ਦੇ ਪ੍ਰੈਸ਼ਰ 'ਚੋਂ ਆਇਆ। ਜਿਵੇਂ ਅਕਾਲੀ ਦਲ ਦਾ ਵੀ ਜੇ ਨਾਤਾ ਟੁੱਟਿਆ ਬੀਜੇਪੀ ਨਾਲੋਂ, ਉਹਦੀ ਸੋਚ 'ਚ ਆਪਣੇ ਆਪ ਰਾਤੋਂ ਰਾਤ ਤਬਦੀਲੀ ਨਹੀਂ ਹੋਈ। ਜਦੋਂ 2 ਮਹੀਨੇ ਇੱਥੇ ਜਦੋਂ ਆਰਡੀਨੈਂਸ ਸੀ ਉਹਦੀ ਫੇਵਰ ਕਰਦੇ ਰਹੇ, ਉਹਦੇ ਪੱਖ 'ਚ ਜਾਂਦੇ ਰਹੇ, ਤਾਂ ਇਹ ਤਾਂ ਇੱਕ ਐਡਾ ਵੱਡਾ ਅੰਦੋਲਨ ਸੀ। ਉਹਨੂੰ ਜ਼ਮੀਨ ਖਿਸਕ ਰਹੀ ਹੈ ਸੱਤਾ ਦੀ, ਤੇ ਜਦੋਂ ਜ਼ਮੀਨ ਖਿਸਕ ਰਹੀ ਹੈ ਤਾਂ ਮਜਬੂਰੀ 'ਚ ਉਹਨੂੰ ਉਹਦੇ 'ਚੋਂ ਨਿਕਲਣਾ ਪੈ ਰਿਹਾ। ਤੇ ਇਦੋਂ ਅਗਲਾ ਸਵਾਲ ਇਹ ਹੈ ਕਿ ਅਪਰੋਚ ਦੇ ਤੌਰ ਤੇ ਜਦੋਂ 1996 ਦੇ ਵਿੱਚ ਹੀ ਤੁਸੀਂ ਇਹ ਫੈਸਲਾ ਕਰ ਲਿਆ ਇੱਕ ਨੈਸ਼ਨਲ ਪਾਰਟੀ ਦੇ ਨਾਲ ਮਿਲ ਕੇ ਅਨਕੰਡੀਸ਼ਨਲ ਸਪੋਰਟ ਦਾ, ਤਾਂ ਤੁਸੀਂ ਕੇਂਦਰੀਕਰਨ ਦੇ ਹੱਕ 'ਚ ਚਲੇ ਗਏ। ਤੁਸੀਂ ਦੇਖੋ ਕਿ ਦੇਸ਼ ਦੇ ਵਿੱਚ ਕਈ ਗੱਲਾਂ ਇਹੋ ਜਿਹੀਆਂ ਹੋਈਆਂ ਨੇ, ਚਾਹੇ ਉਹ ਨਾਗਰਿਕ ਸੋਧ ਬਿੱਲ ਸੀ, ਚਾਹੇ ਉਹ 370 ਧਾਰਾ ਜੰਮੂ ਕਸ਼ਮੀਰ ਦੀ ਤੋੜਨੀ ਸੀ। ਕਿਹੜੀ ਪਾਰਟੀ ਹੈ ਜਿਹਨੇ ਉਹਦੇ ਪੱਖ 'ਚ ਸਟੈਂਡ ਨਹੀਂ ਲਿਆ? ਗੌਰਮੈਂਟ ਆਫ ਇੰਡੀਆ ਨਾਲ ਮਿਲ ਕੇ ਵੋਟਾਂ ਪਾਈਆਂ ਨੇ, ਸਿੱਧੇ ਤੌਰ ਤੇ ਮਿਲ ਕੇ ਵੋਟਾਂ ਪਾਈਆਂ ਨੇ, ਇੱਕ ਨਹੀਂ। ਆਮ ਆਦਮੀ ਪਾਰਟੀ ਨੇ ਵੀ ਵੋਟ ਪਾਈ ਹੈ 370 ਤੋੜਨ ਦੇ ਪੱਖ 'ਚ, ਅਕਾਲੀ ਦਲ ਨੇ ਵੀ ਵੋਟ ਪਾਈ ਹੈ, ਕਾਂਗਰਸ ਅੱਧੀ ਟੁੱਟ ਗਈ, ਮੈਜੋਰਟੀ ਉਹਦੇ ਫੇਵਰ 'ਚ ਗਈ ਹੈ। ਔਰ ਕੋਈ ਪਾਰਟੀ ਦੱਸੋ ਅਪਰੋਚ ਦੇ ਤੌਰ ਤੇ, ਪਾਲਿਸੀ ਦੇ ਤੌਰ ਤੇ ਇਹ ਜਿਹੜੀਆਂ ਮੇਨ ਸਟ੍ਰੀਮ ਪਾਰਟੀਆਂ ਨੇ, ਕਿਉਂਕਿ ਕਾਰਪੋਰੇਟ ਦਾ ਏਜੰਡਾ ਸੈਂਟਰਲਾਈਜੇਸ਼ਨ ਚਾਹੁੰਦਾ ਹੈ, ਇਸ ਲਈ ਕਾਰਪੋਰੇਟ ਐਂਗਲ ਦੀਆਂ ਹੀ ਪਾਰਟੀਆਂ ਨੇ ਉਹਦੇ ਦਾਇਰੇ ਦੇ ਵਿੱਚ ਇੱਕ ਸੱਤਾ ਲੈਣ ਦੀ ਗੱਲ ਕਰਦੀਆਂ ਨੇ। ਕਿਸਾਨ ਅੰਦੋਲਨ ਇਸ ਡਿਵੈਲਪਮੈਂਟ ਦੇ ਮਾਡਲ ਨੂੰ ਚੈਲੰਜ ਕਰ ਰਿਹਾ ਹੈ, ਕਾਰਪੋਰੇਟ ਨੂੰ ਚੈਲੰਜ ਕਰਕੇ। ਇਸ ਕਰਕੇ ਉਹ ਮਾਡਲ ਦੇ ਫੇਵਰ 'ਚ ਤਾਂ ਸਾਰੀਆਂ ਪਾਰਟੀਆਂ ਨੇ। ਹਰ ਪਾਰਟੀ ਕਹਿੰਦੀ ਹੈ ਮੈਂ ਬੜੇ ਪੁਲ ਬਣਾਊਂ, ਮੈਂ ਬੜੀਆਂ ਸੜਕਾਂ ਬਣਾਊਂ, ਮੈਂ ਬੜੇ ਫੈਕਟਰੀ ਲਾਊਂ, ਮੈਂ ਵੱਡਾ ਕਰੂੰ। ਤੇ ਜਿਹੜੇ ਉਹਦੇ ਨਾਲ ਦੁਸ਼ਪ੍ਰਭਾਵ ਪੈ ਰਹੇ ਨੇ, ਮੰਨ ਲਓ ਪੰਜਾਬ ਦਾ ਪਾਣੀ ਚਲਾ ਗਿਆ, ਪੰਜਾਬ ਦੀ ਮਿੱਟੀ ਜ਼ਹਿਰੀਲੀ ਹੋ ਗਈ, ਆਬੋ ਹਵਾ ਖਰਾਬ ਹੋ ਗਈ, ਪੂਰੇ ਦੇਸ਼ ਤੇ ਦੁਨੀਆ ਦੀ ਵੀ। ਪਹਿਲੀ ਵਾਰ ਹੈ ਕਿ ਕੈਨੇਡਾ 'ਚ 500 ਤੋਂ ਵੱਧ ਬੰਦਾ ਕੇਵਲ ਗਰਮੀ ਨਾਲ ਮਰਿਆ, ਔਰ ਕੈਲੀਫੋਰਨੀਆ ਦਾ ਇੱਕ ਹਿੱਸਾ ਉਹ 54 ਡਿਗਰੀ ਤੋਂ ਤਾਪਮਾਨ ਉੱਪਰ ਜਾ ਰਿਹਾ। ਐਨਵਾਇਰਨਮੈਂਟ ਦਾ ਕ੍ਰਾਈਸਿਸ ਇਹ ਹੈ, ਦੁਨੀਆ ਦਾ ਕ੍ਰਾਈਸਿਸ, ਜਿਹੜਾ ਪੈਰਿਸ ਐਗਰੀਮੈਂਟ ਤੋਂ ਜੀ ਜਦੋਂ ਟਰੰਪ ਬਾਹਰ ਨਿਕਲ ਜਾਂਦਾ, ਮੈਂ ਜ਼ਿੰਮੇਵਾਰੀ ਨਹੀਂ ਨਿਭਾਉਂਦਾ ਅਮਰੀਕਾ, ਜਦੋਂ ਜ਼ਿੰਮੇਵਾਰੀਆਂ ਨਹੀਂ ਨਿਭਾਉਂਦੇ ਤਾਂ ਉਹਨਾਂ ਤੇ ਵੀ ਖਤਰੇ ਉੱਡੇ ਹੀ ਵੱਡੇ ਖੜੇ ਨੇ। ਪਰ ਕਿਉਂਕਿ ਇਹ ਬੜਾ ਵੱਡਾ ਮੁੱਦਾ, ਸੁਭਾਵਿਕ ਤਰੀਕੇ ਨਾਲ ਕਿਸਾਨ ਅੰਦੋਲਨ ਉਹਨੂੰ ਵੀ ਚੈਲੰਜ ਕਰ ਰਿਹਾ ਕਿਸੇ ਨਾ ਕਿਸੇ। ਇਸੇ ਲਈ ਨੋਮ ਚਮਸਕੀ ਕਹਿੰਦਾ ਨਾ ਕਿ ਇਹਦੇ ਤੋਂ ਇੱਕ ਲਾਈਟ ਹਾਊਸ ਦਾ ਕੰਮ ਕਰ ਰਿਹਾ, ਦੁਨੀਆ ਦੇ ਅੰਦੋਲਨਾਂ ਨੂੰ ਇਹਦੇ ਤੋਂ ਸਬਕ ਲੈਣ ਦੀ ਲੋੜ ਹੈ। ਇਹ ਛੋਟਾ ਕੰਮ ਨਹੀਂ ਹੈ, ਸਿਆਸਤ ਦੇ ਦਾਇਰੇ ਤੋਂ ਵੀ ਵੱਡਾ ਕੰਮ ਹੈ। ਸਿਆਸਤ ਉਹਦਾ ਇੱਕ ਹਿੱਸਾ ਹੁੰਦੀ ਹੈ। ਇਹ ਸਮਾਜ ਨੂੰ, ਇਹ ਮਾਹੌਲ ਨੂੰ, ਵਾਤਾਵਰਨ ਨੂੰ, ਅਰਥ ਵਿਵਸਥਾ ਨੂੰ ਤੇ ਸਿਆਸਤ ਨੂੰ ਸਮੁੱਚੀ ਨੂੰ ਚੈਲੰਜ ਕਰਨ ਦਾ ਇੱਕ ਰਸਤਾ ਦੱਸਦਾ ਹੈ ਘੱਟੋ ਘੱਟ। ਫਿਰ ਜ਼ਿੰਮੇਵਾਰੀਆਂ ਤਾਂ ਆਪੋ ਆਪਣੀਆਂ ਨਿਭਾਉਣੀਆਂ ਨੇ ਹਰ ਇੱਕ ਨੇ। ਇਸ ਲਈ ਪਾਰਟੀ ਤੰਤਰ, ਨਵੀਆਂ ਪਾਰਟੀਆਂ, ਨਵੀਆਂ ਅਪਰੋਚਾਂ ਤਾਂ ਉਦੋਂ ਹੀ ਬਣਨਗੀਆਂ ਜਦੋਂ ਇੱਕ ਮਾਹੌਲ ਬਣੇਗਾ, ਲੋਕਾਂ ਦਾ ਜਾਗਰੂਕਤਾ ਦਾ ਲੈਵਲ ਉਸ ਪੱਧਰ ਦੇ ਉੱਤੇ ਜਾਏਗਾ। ਜੀ, ਮੀਡੀਆ ਨੂੰ ਕਿਵੇਂ ਦੇਖਦੇ ਹੋ? ਮੀਡੀਆ ਇੱਕ ਚੌਥਾ ਜਿਹੜਾ ਥੰਮ ਮੰਨਿਆ ਜਾਂਦਾ, ਪਰ ਇਸ ਵੇਲੇ ਨਿਸ਼ਾਨਦੇਹੀ ਹੋ ਰਹੀ ਹੈ ਕਿ ਸਰਕਾਰ ਪੱਖੀ ਮੀਡੀਆ ਕਿਹੜਾ, ਲੋਕ ਪੱਖੀ ਮੀਡੀਆ ਕਿਹੜਾ। ਭਾਵੇਂ ਉਹ ਹੁਣ ਚੱਲ ਰਹੀ ਸੰਸਦ ਦੇ ਵਿੱਚ ਮੀਡੀਆ ਨਾਲ ਝੜਪਾਂ ਹੋਣ, ਜਾਂ 26 ਜਨਵਰੀ ਦੀਆਂ ਵਾਪਰੀਆਂ ਘਟਨਾਵਾਂ ਨੂੰ ਲੈ ਕੇ ਮੀਡੀਆ ਦਾ ਰੋਲ ਹੋਵੇ, ਕਿਵੇਂ ਦੇਖਦੇ ਹੋ ਇਸ ਸਾਰੇ ਮੀਡੀਆ ਦੇ ਰੋਲ ਨੂੰ?
ਨਹੀਂ, ਕਿਤੇ ਵੀ ਨਾ ਕੋਈ ਵਿਅਕਤੀ ਨਿਰਪੱਖ ਹੁੰਦਾ ਬਹੁਤ ਜ਼ਿਆਦਾ, ਤੇ ਨਾ ਕੋਈ ਮੀਡੀਆ ਨਿਰਪੱਖ ਕਦੇ ਵੀ ਨਹੀਂ ਹੁੰਦਾ। ਨਿਰਪੱਖਤਾ ਕੋਈ ਨਾਂ ਦੀ ਕੋਈ ਚੀਜ਼ ਇਹੋ ਜਿਹੀ ਨਹੀਂ ਹੁੰਦੀ। ਉਹ ਕਿਸੇ ਧਿਰ ਦੇ ਪੱਖ 'ਚ ਹੀ ਬੋਲਣਾ ਹੁੰਦਾ। ਜਦੋਂ ਤੁਸੀਂ ਇੱਕ ਦੇ ਖਿਲਾਫ ਬੋਲਦੇ ਹੋ ਦੂਜੀ ਦੇ ਪੱਖ 'ਚ ਚਲੀ ਜਾਂਦੀ ਹੈ। ਹੁਣ ਤਾਂ ਕਿਉਂਕਿ ਜਿਹੜਾ ਵੱਡਾ ਮੀਡੀਆ ਦਾ ਵੱਡਾ ਹਿੱਸਾ ਨੈਸ਼ਨਲ ਲੈਵਲ ਤੇ, ਤਾਂ ਉਹਦੀ ਮਾਲਕੀ ਕਾਰਪੋਰੇਟ ਘਰਾਣਿਆਂ 36 ਚੈਨਲ ਤਾਂ ਅੰਬਾਨੀ ਦੇ ਨੇ। ਬਾਕੀ ਦੇ ਚੈਨਲਾਂ ਦੇ ਵਿੱਚ ਉਹ ਕੱਢ ਦਿੱਤੇ ਜਾਂਦੇ ਨੇ। ਜਦੋਂ ਰਾਜਦੀਪ ਸਰਦਸਾਈ ਵਰਗਾ ਕੇਜਰੀਵਾਲ ਦੀ ਇੰਟਰਵਿਊ ਦਿਖਾ ਦਿੰਦਾ ਤੇ ਦੂਜੇ ਦੀ ਪੈਰਲਲ ਕੱਲੀ ਅਮਿਤ ਸ਼ਾਹ ਦੀ ਉਹ ਦਿਖਾਓ ਕਹਿੰਦੇ ਨੇ, ਤੇ ਉਸ ਤੋਂ ਬਾਅਦ ਉਹਨੂੰ ਬਾਹਰ ਹੋਣਾ ਪੈਂਦਾ। ਚੋਣਾਂ ਤੋਂ ਬਾਅਦ ਮੀਡੀਆ ਚੋਂ ਨਿਕਲ ਜਾਂਦਾ। ਔਰ ਕਿੰਨੇ ਹੀ ਪੱਤਰਕਾਰ ਨੇ ਨੈਸ਼ਨਲ ਲੈਵਲ ਤੇ ਜਿਹੜੇ ਜਿਨ੍ਹਾਂ ਦੀ ਗੱਲ ਨਹੀਂ ਮੰਨੀ ਜਿਨ੍ਹਾਂ ਨੇ ਉਹਨਾਂ ਦੀ, ਤੇ ਉਹ ਨੌਕਰੀ ਤੋਂ ਹੱਥ ਧੋ ਬੈਠੇ ਨੇ। ਔਰ ਅੱਜ ਵੀ ਉੱਥੇ ਸਾਰੇ ਪੱਤਰਕਾਰ ਮਾੜੇ ਨਹੀਂ ਹੈ, ਪਰ ਕਈਆਂ ਦਾ ਇੰਨਾ ਵੀ ਤੋਰੀ ਫੁਲਕਾ ਨਹੀਂ ਚੱਲਦਾ ਹੁੰਦਾ ਕਿ ਉਹ ਨੌਕਰੀ ਛੱਡ ਕੇ ਆ ਜਾਣ। ਉਹ ਕਿੰਨੇ ਤਣਾਅ ਦੇ ਵਿੱਚ ਜਿਉਂ ਰਹੇ ਨੇ। ਇੱਕ ਬੜਾ ਵੱਡਾ ਭਾਈਚਾਰਾ ਸਾਡਾ, ਕਈ ਵਾਰ ਪੱਤਰਕਾਰ ਆਮ ਜਿਹੜਾ ਤੁਰਿਆ ਫਿਰਦਾ ਮੂਹਰੇ, ਉਹਦੇ ਤੇ ਗੁੱਸਾ ਨਿਕਲ ਜਾਂਦਾ, ਪਰ ਉਹਦੀ ਓਨਰਸ਼ਿਪ ਤੇ ਉਹਦੀ ਮੈਨੇਜਮੈਂਟ ਕਿਸ ਲੈਵਲ ਦੀ ਹੈ ਉਹਨੂੰ ਨਹੀਂ ਅਸੀਂ ਦੇਖਦੇ। ਉਹ ਜਦੋਂ ਕਾਰਪੋਰੇਟ ਨਾਲ ਲੜਾਈ ਹੈ ਕਿਸਾਨ ਅੰਦੋਲਨ ਦੀ, ਔਰ ਕਾਰਪੋਰੇਟ ਨਾਲ ਲੜਾਈ 'ਚ ਕਾਰਪੋਰੇਟ ਮੀਡੀਆ ਅੰਦੋਲਨ ਦਾ ਪੱਖ 'ਚ ਕਿਵੇਂ ਖੜ ਜਾਊਗਾ, ਇਹ ਉਮੀਦ ਕਰਨੀ ਉਹ ਮੇਰੇ ਖਿਆਲ ਹੈ ਗਲਤ ਹੈ, ਤੇ ਉਮੀਦ ਉਸ ਲੈਵਲ ਤੇ ਕੀਤੀ ਨਹੀਂ ਜਾ ਸਕਦੀ। ਤੇ ਦੂਜੀ ਗੱਲ ਇਹ ਹੈ ਕਿ ਜਿਹੜਾ ਦੂਜੇ ਮੀਡੀਆ ਦੀ ਗੱਲ ਹੈ ਕਿ ਕੁਝ ਫੇਵਰ 'ਚ ਲੋਕ ਪੱਖ ਕੀ ਹੁੰਦਾ, ਮੇਰੇ ਖਿਆਲ ਹੈ ਕਿ ਉਹ ਪਰਮਾਨੈਂਟ ਚੀਜ਼ ਨਹੀਂ ਹੁੰਦੀ। ਅੱਜ ਸ਼ਾਇਦ ਜਿਹੜਾ ਮੀਡੀਆ ਇੱਕ ਪੱਖ 'ਚ ਗੱਲ ਕਰ ਰਿਹਾ, ਕੱਲ੍ਹ ਨੂੰ ਉਹ ਦੂਜੀ ਗੱਲ ਕਰੇਗਾ ਤਾਂ ਉਹ ਲੋਕਾਂ ਦੇ ਖਿਲਾਫ ਚਲੀ ਜਾਏ। ਕਈ ਵਾਰ ਸੋਚ ਸਮਝ ਕੇ ਨਹੀਂ ਨਾ ਹੁੰਦਾ। ਔਰ ਇਸੇ ਕਰਕੇ ਇਹ ਹੈ ਕਿ ਜਿਹੜੇ ਲੋਕ ਕਿਸਾਨ ਅੰਦੋਲਨ ਦੇ ਵਿੱਚ ਵੀ ਸੀ, ਹੁਣ ਮੀਡੀਆ ਦੀ ਭੂਮਿਕਾ ਪੰਜਾਬ ਦੇ ਮੀਡੀਆ ਦੀ ਤੁਸੀਂ ਦੇਖ ਲਓ, YouTube ਚੈਨਲਾਂ ਦੀ ਦੇਖ ਲਓ, ਬਾਕੀਆਂ ਦੀ ਦੇਖ ਲਓ। ਔਰ ਉਹੀ ਮੀਡੀਆ ਜਦੋਂ PTC ਦੇਖ ਲਓ, ਤੁਸੀਂ ਦੇਖੋ ਕਿ ਜਦੋਂ ਤੱਕ ਕਿਸਾਨ ਉਹ ਕਰ ਰਿਹਾ ਸੀ ਆਰਡੀਨੈਂਸਾਂ ਦੀ ਫੇਵਰ, ਉਦੋਂ ਉਹ ਮੀਡੀਆ ਅਕਾਲੀ ਦਲ ਨਾਲ ਸੀ, ਤੇ ਜਦੋਂ ਅਕਾਲੀ ਦਲ ਤੋਂ ਬਾਹਰ ਦੂਜੇ ਕਰਨ ਲੱਗ ਗਿਆ ਤੇ ਉਹੀ ਮੀਡੀਆ ਕਿਸਾਨ ਅੰਦੋਲਨ ਨਾਲ ਹੋ ਗਿਆ। ਇਸੇ ਤਰ੍ਹਾਂ YouTube ਚੈਨਲ ਨੇ, YouTube ਚੈਨਲਾਂ ਦਾ 26 ਜਨਵਰੀ ਤੋਂ ਬਾਅਦ ਕਿੰਨਿਆਂ ਦਾ ਖਾਸਾ ਬਦਲਿਆ ਦਿਖਾਈ ਦਿੱਤਾ ਤੁਹਾਨੂੰ, ਤੁਹਾਡੇ ਸਾਹਮਣੇ ਹੈ। ਕਿਉਂਕਿ ਤੁਹਾਡਾ ਖਾਸਾ ਤੁਹਾਡਾ ਅਪਰੋਚ ਨਾਲ ਨਹੀਂ ਹੈ, ਤੁਹਾਡੀ ਮਾਲਕੀ ਨਾਲ ਹੈ। ਜਿਹੜੀਆਂ ਧਿਰਾਂ ਦੀ ਮਾਲਕੀ ਤੁਹਾਡੇ ਕੋਲ ਹੁੰਦੀ ਹੈ ਤੇ ਉਹ ਧਿਰਾਂ ਤੁਹਾਡਾ ਕੰਨ ਮਰੋੜਦੀਆਂ ਨੇ ਕਿ ਕਾਕਾ ਹੁਣ ਇੱਧਰ ਨਹੀਂ ਇੱਧਰ ਉੱਧਰ ਕਰਨਾ। ਵੱਡਾ ਸਵਾਲ ਇੰਸਟੀਟਿਊਸ਼ਨ ਦਾ ਫਿਰ ਕਿਤੇ ਨਾ ਕਿਤੇ ਤਾਂ ਮਾਈਕ ਰਹਿ ਜਾਂਦਾ ਇਕੱਲਾ, ਫਿਰ ਪੱਤਰਕਾਰ ਤਾਂ ਗਾਇਬ ਹੀ ਹੋ ਜਾਂਦੇ ਜੀ ਉੱਥੇ ਜਿੱਥੇ ਜੀ ਮਾਲਕੀ ਦਾ ਸਵਾਲ। ਪੱਤਰਕਾਰ ਤਾਂ ਬੜੇ ਲੰਮੇ ਸਮੇਂ ਤੋਂ ਗਾਇਬ ਹੈ, ਸਾਨੂੰ ਦਿਖਾਈ ਨਹੀਂ ਦੇ ਰਹੀ। ਜਿਹੜੀ ਨਿਊਜ਼ ਗੈਦਰਿੰਗ ਦਾ ਕਨਸੈਪਟ ਖਤਮ ਹੋ ਗਿਆ ਮੀਡੀਆ 'ਚ। ਇੰਟਰਵਿਊ ਜਰਨਲਿਜ਼ਮ ਹੈ ਜਿਹੜੀ ਫੀਲਡ ਦੇ ਵਿੱਚ ਜਾ ਕੇ ਲੋਕਾਂ ਦੀਆਂ ਨਿਊਜ਼ ਗੈਦਰਿੰਗ ਕਰਦੇ, ਜਿਹੜਾ ਮੀਡੀਆ ਖੁਰਾਕ ਦਿੰਦਾ ਸੀ ਲੀਡਰਾਂ ਨੂੰ, ਉਹ ਬੰਦ ਹੈ। ਹੁਣ ਮੀਡੀਆ ਲੋਕਾਂ ਦਾ ਇੱਕ ਸਾਧਨ ਬਣਿਆ ਹੋਇਆ, ਕੁਝ ਖਾਸ ਐਲੀਟ ਵਰਗ ਦੇ ਮੈਸੇਜ ਨੂੰ ਕਨਵੇ ਕਰਨ ਵਾਲਾ। ਲੋਕਾਂ ਦੀ ਸਾਈਡ ਬੰਦ ਹੈ। TV ਚੈਨਲਾਂ 'ਚ ਬੈਠ ਕੇ ਬਹਿਸਾਂ ਕਰਦੇ ਨੇ ਸਟੂਡੀਓ 'ਚ ਸਾਡੇ ਵਰਗੇ ਚਾਰ ਮਾਹਰ ਸੋ ਕਾਲਡ ਬੈਠ ਕੇ ਆਪਣੀ ਗੱਲ ਕਰਦੇ। ਸਿੰਗਲ ਟਰੈਕ ਹੈ, ਉਧਰਲੀ ਤਾਂ ਫੀਡਬੈਕ ਆਉਂਦੀ ਨਹੀਂ ਨਾ ਉਸ ਪੱਧਰ ਤੇ। ਆਮ ਬੰਦਿਆਂ ਨੂੰ ਕੌਣ ਪੁੱਛਦਾ। ਔਰ TV ਚੈਨਲਾਂ ਨੇ ਨਿਊਜ਼ ਗੈਦਰਿੰਗ 'ਚ ਪੈਸਾ ਵੀ ਜ਼ਿਆਦਾ ਇਨਵੈਸਟ ਹੁੰਦਾ। ਪੱਤਰਕਾਰ ਜਾਂਦੇ ਨੇ, ਮਤਲਬ ਬਹੁਤ ਜ਼ਿਆਦਾ ਮਿਹਨਤ ਕਰਦੇ ਨੇ, ਕੁਝ ਲੱਭ ਕੇ ਲਿਆਉਂਦੇ ਨੇ, ਉਹ ਕੰਮ ਬੰਦ ਹੈ। ਉਹ ਕਿੱਥੇ ਹੈ? ਤੇ ਇਹੀ ਪ੍ਰੈਸ ਨੋਟ ਪੱਤਰਕਾਰੀ ਪ੍ਰਿੰਟ ਮੀਡੀਆ 'ਚ ਆ ਰਹੀ ਹੈ ਮੈਜੋਰਿਟੀ। ਔਰ ਕਿੱਥੇ ਜਾ ਕੇ ਕੋਈ ਬਹੁਤ ਜ਼ਿਆਦਾ ਸਕੈਂਡਲ, ਬਹੁਤ ਜ਼ਿਆਦਾ ਚੀਜ਼ਾਂ ਜਿਹੜੀਆਂ ਕਾਮਨ ਮੈਨ ਦੀਆਂ ਸਮੱਸਿਆਵਾਂ ਫੀਲਡ ਦੇ ਵਿੱਚ ਜਾ ਕੇ ਜਿਹੜੀਆਂ ਨੇ ਉਹ ਕਿੱਥੇ ਕਵਰ ਹੁੰਦੀਆਂ ਨੇ। ਇਸ ਲਈ ਇਹ ਮੀਡੀਆ ਹੁਣ ਉਸ ਪੱਧਰ ਦੀ ਜਿਹੜੀ ਪੱਤਰਕਾਰੀ ਦੇ ਟਰੈਕ ਤੋਂ ਹੀ ਹਟ ਗਈ ਹੈ, ਟਰੈਕ ਤੋਂ ਹੋਰ ਪਾਸੇ ਜਾ ਰਹੀ ਹੈ। ਤੇ ਅਗਲੀ ਗੱਲ ਇਹ ਹੈ, ਤੇ ਉਹਦੇ ਨਾਲ ਹੀ ਜੁੜ ਕੇ ਜਿਹੜੀ ਗੱਲ ਮੀਡੀਆ ਦੇ ਥਰੂ ਆਪਾਂ ਚਾਹੁੰਦੇ ਹਾਂ ਕਿ ਇਸ ਲੈਵਲ ਦਾ ਮੀਡੀਆ ਜਾਂ ਇਸ ਲੈਵਲ ਦੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ, ਉਹਦੀ ਟ੍ਰੇਨਿੰਗ ਤੇ ਉਹਦੀ ਸਿਖਲਾਈ 'ਚ ਵੀ ਵੀਕਨੈਸ ਹੈ, ਬਹੁਤ ਵੱਡੇ ਪੱਧਰ ਤੇ ਵੀਕਨੈਸ ਹੈ। ਤੇ ਮੈਂ ਕਿੰਨੇ ਵਾਰ ਦੇਖਦਾ ਜਦੋਂ BJP ਦਾ ਲੀਡਰ ਰੋਜ਼ ਬੈਠਦਾ ਨਾਲ ਬਹਿਸਾਂ ਦੇ ਵਿੱਚ ਲੋਕਾਂ ਦੇ, ਚਾਹੇ ਉਹ ਦਿੱਲੀ 'ਚ ਬੈਠਦਾ ਹੋਵੇ ਚਾਹੇ ਇੱਥੇ, ਬਾਰ-ਬਾਰ ਉਹ ਕਹਿੰਦਾ ਕਲਾਜ ਵਾਈਜ਼ ਕਰੋ ਜੀ, ਇਹਦੇ 'ਚ ਕਾਲਾ ਕੀ ਹੈ। ਸਾਹਮਣੇ ਵਾਲੇ ਬੰਦੇ ਵੀ ਰੋਜ਼ ਉਹੀ ਗੱਲ ਕਰਦੇ ਨੇ ਤੇ BJP ਵਾਲਾ ਹੀ। ਉਹਨੂੰ ਕਾਊਂਟਰ ਕਰਨ ਦੇ ਲਈ ਜਿਹੜਾ ਬੰਦਾ ਬੈਠਾ ਹੈ ਉਹਦੇ ਕੋਲ ਕਿਉਂ ਲੌਜਿਕ ਨਹੀਂ ਹੈ ਵੀ ਇਹਦੇ 'ਚ ਕਾਲਾ ਕੀ ਹੈ। ਜਦ ਬੁਨਿਆਦੀ ਤੌਰ ਤੇ ਫਾਰਮਰ ਇਹ ਕਹਿ ਰਿਹਾ ਹੈ ਕਿ ਤੁਹਾਡੇ ਬਿੱਲ ਗੈਰ ਸੰਵਿਧਾਨਕ ਨੇ, ਸੰਵਿਧਾਨ ਉਹ ਕਹਿੰਦੇ ਜੀ ਪੰਜਾਬ ਨੇ 2013 ਦੇ ਵਿੱਚ ਬਣਾਇਆ ਸੀ, ਇਦੋਂ ਵੀ ਖਤਰਨਾਕ ਸੀ। ਪੰਜਾਬ 'ਚ ਇਹ ਫਾਂਸੀ ਲਾਉਂਦਾ, ਪੰਜਾਬ ਦਾ ਰਾਈਟ ਸੀ ਨਾ, ਇਹ ਉਦੋਂ ਬਾਅਦ ਦਾ ਸਵਾਲ ਹੈ। ਤੇਰੇ ਕੋਲ ਤਾਂ ਹੱਕ ਹੀ ਨਹੀਂ ਹੈ ਕਾਨੂੰਨ ਬਣਾਉਣ ਦਾ, ਪਹਿਲਾ ਸਵਾਲ ਹੈ। ਤੁਸੀਂ ਇਸ ਕਲੌਜ 'ਚ ਤਾਂ ਪੈਣ ਦੀ ਲੋੜ ਹੀ ਨਹੀਂ। ਹਾਲਾਂਕਿ 2013 ਦਾ ਵੀ ਇੰਪਲੀਮੈਂਟ ਨਹੀਂ ਹੋਇਆ, ਉਹਦਾ ਵੀ ਵਿਰੋਧ ਸੀ, ਉਹਨਾਂ ਨੂੰ ਲੱਗੀ ਕਦੇ ਕਿਤੇ ਦਾ ਨੋਟੀਫਾਈ ਉਹ ਨਹੀਂ ਹੋਇਆ ਉਹ ਕਾਨੂੰਨ। ਤੇ ਤੁਸੀਂ ਉਹਨੂੰ ਹੀ ਖੜ ਕੇ ਤੁਸੀਂ ਉਹਦੀ ਦਲੀਲ ਦੇ ਰਹੇ ਹੋ ਤੇ ਉਹਨੂੰ ਮੰਨੀ ਵੀ ਜਾ ਰਹੇ ਹੋ। ਉਹੀ ਗੱਲਾਂ ਲੋਕਾਂ 'ਚ ਕਨਫਿਊਜ਼ਨ ਕ੍ਰੀਏਟ ਕਰੀ ਜਾ ਰਹੀਆਂ ਨੇ। ਤੁਸੀਂ ਕੋਈ ਸੋਲਿਡ ਸਟੱਡੀ ਕਰਕੇ ਸੋਲਿਡ ਆਰਗੂਮੈਂਟ ਉਹਦੇ ਨਾਲ ਉਸ ਡਿਬੇਟ 'ਚ ਵੀ ਪੇਸ਼ ਨਹੀਂ ਕਰਦੇ। ਇਹ ਵੀ ਇੱਕ ਪ੍ਰੋਬਲਮ ਹੈ ਸਾਡੀ, ਜਿਹੜੇ ਲੋਕ ਕਿਤੇ ਵੀ ਜਾਂਦੇ ਨੇ ਚਾਹੇ ਜਿਹੜੇ ਵੀ ਮਰਜ਼ੀ, ਈਵਨ ਮੀਡੀਆ ਦੇ ਐਂਕਰਾਂ 'ਚ ਵੀ ਇਹ ਪ੍ਰੋਬਲਮ ਹੈ ਕਿ ਉਹ ਕਾਊਂਟਰ ਸਵਾਲ ਉਸ ਲੈਵਲ ਦਾ ਕਰਦਾ ਹੀ ਨਹੀਂ। ਜੋ ਮਰਜ਼ੀ ਗਰੇਵਾਲ ਬੋਲੀ ਜਾਵੇ, ਹਰਜੀਤ ਜੋ ਮਰਜ਼ੀ, ਤੁਸੀਂ ਕੀ ਕਹਿੰਦੇ ਹੋ ਜੀ, ਕੋਈ ਬਹੁਤ ਜ਼ਿਆਦਾ ਕਾਊਂਟਰ ਸਵਾਲ ਨਹੀਂ ਹੁੰਦੇ ਉਸ ਪੱਧਰ ਦੇ ਉੱਤੇ, ਤੇ ਬੜੇ ਆਰਾਮ ਨਾਲ ਸਾਰੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ। ਤੇ ਇਸ ਲਈ ਜਿਹੜੇ ਕਾਊਂਟਰ ਸਵਾਲ ਕਰਨ ਦਾ ਗੱਲ ਸੀ, ਉਹ ਕਾਊਂਟਰ ਸਵਾਲਾਂ ਦਾ ਮਾਮਲਾ ਵੀ ਖਤਮ ਹੋ ਰਿਹਾ ਹੈ। ਅਸੀਂ ਹਰ ਇੱਕ ਨੂੰ ਮਾਈਕ ਦਿੰਨੇ ਆ ਵੀ ਤੂੰ ਜੋ ਕਹਿਣਾ ਕਹਿ ਲੈ ਯਾਰ, ਇਹ ਤੇਰੇ ਵਾਸਤੇ ਹੈ।
ਪੱਤਰਕਾਰ ਦਾ ਵੀ ਕੋਈ ਫਰਜ਼ ਹੁੰਦਾ ਨਾ, ਤੇਰੇ ਵਾਸਤੇ ਨਹੀਂ ਮੈਂ ਬੈਠਾ ਤੇ ਮੇਰੀ ਇੱਕ ਜ਼ਿੰਮੇਵਾਰੀ ਹੈ ਲੋਕਾਂ ਪ੍ਰਤੀ, ਮੈਂ ਅਸਲੀਅਤ ਤੇਰੇ ਸਾਹਮਣੇ ਦੇਣ ਦੀ ਕੋਸ਼ਿਸ਼ ਕਰਦਾ। ਉਹ ਕ੍ਰਿਟੀਕਲ ਐਨਾਲਿਸਿਸ ਦਾ ਜਿਹੜਾ ਕੁਐਸਚਨ ਹੈ ਉਹ ਵੀ ਮੀਡੀਆ 'ਚੋਂ ਖਤਮ ਘਟ ਰਿਹਾ ਬਹੁਤ ਬੁਰੀ ਤਰ੍ਹਾਂ, ਔਰ ਉਹਦੇ 'ਚ ਪੜ੍ਹਾਈ ਲਿਖਾਈ ਦਾ ਵੀ ਸਵਾਲ ਹੈ, ਜਰਨਲਿਸਟਾਂ ਦੀ ਵੀ ਟ੍ਰੇਨਿੰਗ ਦਾ ਵੀ ਸਵਾਲ ਹੈ, ਤੇ ਕਾਰਪੋਰੇਟ ਦੀ ਮੋਨੋਪੋਲੀ ਦਾ ਵੀ ਸਵਾਲ ਹੈ। ਉਹ ਸਾਰੇ ਸਵਾਲ ਨੇ, ਸਾਰੇ ਸਵਾਲ ਉਹਦੇ ਨਾਲ ਜੁੜੇ ਹੋਏ ਨੇ। ਔਰ ਹੁਣ ਤਾਂ ਮੋਦੀ ਨੇ ਤਾਂ 7 ਸਾਲਾਂ 'ਚ ਇੱਕ ਵੀ ਪ੍ਰੈਸ ਕਾਨਫਰੰਸ ਕਰਨੀ ਜ਼ਰੂਰੀ ਨਹੀਂ ਸਮਝੀ। ਹੁਣ ਲੀਡਰ ਵੀ ਨਹੀਂ ਆਉਂਦੇ, ਲੀਡਰ ਬੈਠ ਕੇ ਟਵੀਟ ਕਰਦੇ ਨੇ ਤੇ ਮੀਡੀਆ ਦੀਆਂ ਸੁਰਖੀਆਂ ਬਣਦੀਆਂ ਨੇ, ਉਹਨਾਂ ਤੇ ਐਨਾਲਿਸਿਸ ਹੋ ਰਹੇ ਨੇ ਤੇ ਉਹਨਾਂ ਤੇ ਬਾਕੀ ਚੀਜ਼ਾਂ ਹੋ ਰਹੀਆਂ ਨੇ। ਤੇ ਇਹ ਡੈਮੋਕ੍ਰੇਸੀ ਦਾ ਮਾਡਲ ਹੈ। ਡੈਮੋਕ੍ਰੇਸੀ ਕਿੱਧਰ ਜਾ ਰਹੀ ਹੈ? ਮੀਡੀਆ ਉਸ ਗੱਲ ਤੇ ਸਟੈਂਡ ਕਿਉਂ ਨਹੀਂ ਕਰਦਾ ਕਿ ਕਿਸੇ ਦੇ ਟਵੀਟ ਤੇ ਕੋਈ ਖਬਰ ਨਹੀਂ ਬਣੇਗੀ, ਕਿਸੇ ਦੇ ਫਲਾਨੀ ਚੀਜ਼ ਤੇ ਕੋਈ ਗੱਲ ਨਹੀਂ ਬਣੇਗੀ, ਜਿੰਨਾ ਚਿਰ ਪਬਲਿਕ ਡੋਮੇਨ ਦੇ ਵਿੱਚ ਲੋਕ ਉਸ ਧਰਤੀ ਦਾ ਆਪਣੇ ਆਪ ਨੂੰ ਸ਼ਾਮਲ ਨਹੀਂ ਕਰਦੇ, ਆਪਣੇ ਆਪ ਨੂੰ ਕੁਰੇਦਣ ਨਹੀਂ ਦਿੰਦੇ ਉਸ ਮਾਮਲੇ ਦੇ ਵਿੱਚ। ਇਹ 92 ਟ੍ਰੈਫਿਕ ਹੈ, ਇਹ ਡੈਮੋਕ੍ਰੈਟਿਕ ਅਸੂਲ ਨਹੀਂ ਹੈ। ਉਹ ਸਾਰੀਆਂ ਗੱਲਾਂ ਨੇ, ਚੌਤਰਫਾ ਇੱਕ ਮਾਮਲਾ ਜਿਹਨੂੰ ਸੋਚਣ ਦਾ ਸਵਾਲ ਹੈ। ਪਰ ਕਿਸਾਨ ਅੰਦੋਲਨ ਵਰਗੀ ਮੂਵਮੈਂਟ ਨੇ ਲੋਕਾਂ 'ਚ ਦਲੇਰੀ ਵੀ ਪੈਦਾ ਕੀਤੀ ਹੈ। ਜਿਹੜੇ ਲੋਕ ਕੇਸਾਂ ਤੋਂ ਡਰਦੇ ਸੀ, ਬਾਕੀ ਚੀਜ਼ਾਂ ਸੀ, ਪਹਿਲੀ ਵਾਰ ਹੈ ਦੇਸ਼ ਧਰੋਹੀ ਦਾ ਕੇਸ ਪੈ ਗਿਆ ਸਰਸਾ ਦੇ ਵਿੱਚ 100 ਫਾਰਮਰ ਤੇ, ਔਰ ਉਹਨਾਂ ਨੇ ਉਹਨਾਂ ਚਿਰ ਅੰਦੋਲਨ ਜਾਰੀ ਰੱਖਿਆ ਜਿੰਨਾ ਚਿਰ ਉਹ 5 ਦੇ 5 ਫੜੇ ਹੋਏ ਕਿਸਾਨ ਰਿਹਾ ਨਹੀਂ ਕੀਤੇ। ਫਸਟ ਟਾਈਮ ਅੰਦੋਲਨ ਦੇ ਦਬਾਅ ਕਰਕੇ ਉਹ ਕਿਸਾਨ ਰਿਹਾ ਹੋਏ ਨੇ, ਨਹੀਂ ਤਾਂ ਦੇਸ਼ ਧਰੋਹੀ ਦਾ ਪਰਚਾ ਹੋਵੇ ਤੇ ਉਹਨਾਂ ਨੂੰ ਰਿਹਾ ਕਰਨਾ ਪਵੇ 5 ਦਿਨ ਬਾਅਦ, 7 ਦਿਨ ਬਾਅਦ, ਇਹ ਬਹੁਤ ਮੁਸ਼ਕਲ ਕੰਮ ਹੈ। ਔਰ ਬੀਜੇਪੀ ਵਰਗੀ ਗੌਰਮੈਂਟ ਹੈ ਹਰਿਆਣੇ ਦੇ ਵਿੱਚ, ਬੀਜੇਪੀ ਦੀ ਖੱਟਰ ਕੋਈ ਸਮਾਗਮ ਨਹੀਂ ਕਰ ਸਕਦਾ। ਇੰਨੇ ਦਿਨਾਂ ਤੋਂ ਘੱਟੋ ਘੱਟ 8 ਮਹੀਨਿਆਂ ਤੋਂ ਟੋਲ ਪਲਾਜੇ ਬੰਦ ਨੇ ਪੂਰੇ ਹਰਿਆਣੇ ਪੰਜਾਬ ਦੇ, ਤੇ 30 ਟੋਲ ਪਲਾਜੇ ਰਾਜਸਥਾਨ ਦੇ ਵੀ ਬੰਦ ਨੇ, ਜਿਹੜੇ ਮੀਡੀਆ ਦੇ ਉਸ ਦਾਇਰੇ ਦੇ ਵਿੱਚ ਨਹੀਂ ਲਗਾਤਾਰ ਆਉਂਦੇ। ਸਾਨੂੰ ਕਹਿੰਦੇ ਪੰਜਾਬ ਹਰਿਆਣੇ ਦਾ ਸਵਾਲ। ਹਮੀਰ ਸਿੰਘ ਜੀ, ਕਹਿੰਦੇ ਜਿਹੜਾ ਅੰਦੋਲਨ ਹੈ, ਕਿਸਾਨ ਲੀਡਰ ਵੀ ਵਾਰ-ਵਾਰ ਕਹਿੰਦੇ ਨੇ ਵੀ ਇਹ ਗੈਰ ਸਿਆਸੀ ਹੈ। ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਹੈ, ਪਿਛਲੇ ਮਹੀਨਿਆਂ ਦੇ ਵਿੱਚ ਅਕਾਲੀ ਦਲ ਨੇ ਖੇਮਕਰਨ ਰੈਲੀ ਕੀਤੀ, ਜੀਰਕਪੁਰ ਕੀਤੀ, ਕਾਂਗਰਸ ਨੇ ਵੀ ਕੀਤੀਆਂ, ਕਿਸਾਨਾਂ ਨੇ ਵੀ ਬਹੁਤ ਸਾਰੀਆਂ ਰੈਲੀਆਂ ਕੀਤੀਆਂ, ਤਾਂ ਸਾਰੇ ਪਾਸੇ ਜਿਹੜੇ ਕਿਸਾਨ ਨੇ ਹੁੰਮ-ਹੁਮਾ ਕੇ ਪਹੁੰਚੇ ਸੀ, ਉਹ ਕਿਸੇ ਨਾ ਕਿਸੇ ਕੇਡਰ ਨਾਲ ਦਾ ਸੰਬੰਧ ਰੱਖਦੀ ਸੀ ਜਿਹੜੇ ਸਿਆਸੀ ਰੈਲੀਆਂ 'ਚ ਗਏ। ਤੁਹਾਨੂੰ ਕੀ ਲੱਗਦਾ ਵੋਟਾਂ ਵੇਲੇ ਕਿਤੇ ਨਾ ਕਿਤੇ ਲੀਡਰ ਵੀ, ਕਿਸਾਨ ਲੀਡਰ ਵੀ ਸਿਆਸੀ ਹੋ ਜਾਣਗੇ? ਲੋਕ ਤਾਂ ਹੋਣਗੇ ਜਦੋਂ ਵੋਟਾਂ ਆਉਣਗੀਆਂ ਨੇੜੇ ਤੇੜੇ। ਨਹੀਂ, ਕੌਣ ਕਹਿੰਦਾ ਅੰਦੋਲਨ ਗੈਰ ਸਿਆਸੀ ਹੈ? ਜੀ, ਕਿਸਾਨ ਲੀਡਰ ਕਹਿੰਦੇ ਨੇ। ਇਹ ਉਹ ਕਹਿੰਦੇ ਨੇ ਜਿਨ੍ਹਾਂ ਦਾ ਸਿਆਸਤ ਬਾਰੇ ਨਜ਼ਰੀਆ ਨਹੀਂ। ਕਿਸਾਨ ਲੀਡਰ ਵੀ ਇਹ ਨਹੀਂ ਕਹਿੰਦੇ ਕਿ ਗੈਰ ਸਿਆਸੀ, ਉਹ ਇਹ ਕਹਿੰਦੇ ਨੇ ਸਾਡਾ ਚੋਣ ਸਿਆਸਤ ਨਾਲ ਸੰਬੰਧ ਨਹੀਂ ਹੈ। ਦੋ ਗੱਲਾਂ 'ਚ ਬੜਾ ਵੱਡਾ ਫਰਕ ਹੈ ਕਿ ਅਸੀਂ ਵੋਟਾਂ 'ਚ ਖੜੇ ਹੋਣਾ ਜਾਂ ਨਹੀਂ ਖੜੇ ਹੋਣਾ, ਅਸੀਂ ਵੋਟਾਂ 'ਚ ਕਿਸੇ ਦੀ ਹਮਾਇਤ ਕਰਨੀ ਹੈ ਜਾਂ ਨਹੀਂ ਕਰਨੀ, ਇਹ ਸਾਡਾ ਏਜੰਡਾ ਨਹੀਂ ਹੈ। ਜਦੋਂ ਤੁਸੀਂ ਘਰੋਂ ਜਥੇਬੰਦੀ ਬਣਾਉਣ ਚੱਲਦੇ ਹੋ, ਜਦੋਂ ਤੁਸੀਂ ਸਟੇਟ ਪਾਲਿਸੀ ਨੂੰ ਚੁਣੌਤੀ ਦੇਣ ਚੱਲਦੇ ਹੋ, ਤਾਂ ਸਿਆਸਤ ਤਾਂ ਉਦੋਂ ਹੀ ਸ਼ੁਰੂ ਹੋ ਜਾਂਦੀ ਹੈ। ਸਿਆਸਤ ਦੇ ਦੋ ਰੂਪ ਨੇ। ਇੱਕ ਸਿਆਸਤ ਦਾ ਰੂਪ ਹੈ ਪਾਰਲੀਮੈਂਟ ਤੇ ਅਸੈਂਬਲੀਆਂ ਦੇ ਰਾਹੀਂ ਨੁਮਾਇੰਦੇ ਚੁਣ ਕੇ, ਨੁਮਾਇੰਦੇ ਭੇਜ ਕੇ ਉਹਨਾਂ ਰਾਹੀਂ ਆਪਣੀ ਗੱਲ ਕਰਨਾ। ਦੂਜਾ ਜਨਤਕ ਅੰਦੋਲਨਾਂ ਦੇ ਰਾਹੀਂ, ਜਨਤਕ ਮੰਚਾਂ ਦੇ ਰਾਹੀਂ ਆਪਣੀ ਗੱਲ, ਆਪਣੀ ਆਵਾਜ਼ ਉਠਾਉਣਾ ਤੇ ਉਹਦੇ ਪੱਖ 'ਚ ਪਾਲਿਸੀਆਂ ਬਣਵਾਉਣਾ। ਔਰ ਕਿਸਾਨ ਅੰਦੋਲਨ ਇਹ ਦੂਜੇ ਤਰ੍ਹਾਂ ਦੀ ਪੋਲਿਟਿਕਸ ਕਰ ਰਿਹਾ, ਜਿਹੜੀ ਕਿ ਡਾਇਰੈਕਟ ਡੈਮੋਕ੍ਰੇਸੀ ਦਾ, ਸਿੱਧੀ ਜਮਹੂਰੀਅਤ ਦਾ ਇੱਕ ਬਹੁਤ ਵੱਡਾ ਆਧਾਰ ਹੈ। ਔਰ ਇਹ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਬੰਦ ਹੋ ਗਿਆ ਸੀ, ਇਸ ਕਰਕੇ ਲੋਕਾਂ ਨੂੰ ਲੱਗਦਾ ਨਵਾਂ ਵੀ ਇਹ ਗੈਰ ਸਿਆਸੀ ਨਹੀਂ ਹੈ, ਇਹ ਗੈਰ ਪਾਰਟੀ ਹੈ। ਗੈਰ ਸਿਆਸਤ ਤੋਂ ਕੀਤੀ ਜਾ ਰਹੀ ਹੈ। ਜਦੋਂ ਪੈਰਲਲ ਪਾਰਲੀਮੈਂਟ ਲਾ ਰਿਹਾ ਕਿਸਾਨ, ਪਾਰਲੀਮੈਂਟ 'ਚ ਕਾਨੂੰਨ ਡਿਸਕਸ ਕਰ ਰਿਹਾ ਹੈ ਆਪਣੀ ਕਿਸਾਨ ਪਾਰਲੀਮੈਂਟ ਦੇ ਵਿੱਚ, ਤਾਂ ਗੈਰ ਸਿਆਸੀ ਕਿਵੇਂ ਹੈ? ਹਾਂ, ਲੋਕਾਂ ਦੀ ਤਮੰਨਾ, ਜਿਵੇਂ ਮੈਂ ਪਹਿਲਾਂ ਕਿਹਾ, ਇਸ ਅੰਦੋਲਨ ਤੋਂ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਹੁਣ ਉਹ ਇਹ ਮਹਿਸੂਸ ਕਰਨ ਲੱਗ ਗਏ ਕਿ ਜਿਹੜਾ ਖਲਾਅ ਹੈ ਸਿਆਸਤ ਦੇ ਅੰਦਰ, ਜਿਹੜੀਆਂ ਚੋਣ ਸਿਆਸਤ ਦੇ ਅੰਦਰ ਖਲਾਅ ਹੈ, ਇਹ ਖਲਾਅ ਨੂੰ ਵੀ ਉਹ ਭਰ ਦੇਣ ਆ ਕੇ ਉਹ ਫਟਾਫਟ ਐਲਾਨ ਕਰਨ ਕੋਈ ਪਾਰਟੀ ਵੀ ਅਸੀਂ ਚੋਣਾਂ ਚਾਹ ਰਹੇ ਹਾਂ, ਤੇ ਇਹ ਸਾਰੀਆਂ ਰਵਾਇਤੀ ਪਾਰਟੀਆਂ ਦੇ ਮੁਕਾਬਲੇ ਸੱਤਾ 'ਚ ਆ ਜਾਣ, ਆਪਣੇ ਫੈਸਲੇ ਆਪ ਕਰਨ। ਇਹ ਲੋਕਾਂ ਦੀ ਤਮੰਨਾ ਹੈ ਜੀ। ਪਰ ਇਹਦੇ 'ਚ ਇੱਕ ਹਕੀਕਤ ਵੀ ਦੇਖਣੀ ਪੈਂਦੀ ਹੈ, ਕਿਉਂਕਿ ਕਿਸਾਨ 32 ਜਥੇਬੰਦੀਆਂ ਨੇ, ਔਰ ਆਪਣੀ ਅਪਰੋਚ ਹੈ, ਆਪਣੀ ਬੈਕਗਰਾਊਂਡ ਹੈ, ਆਪੋ ਆਪਣਾ ਨਜ਼ਰੀਆ ਹੈ। ਔਰ ਬਾਕੀ ਗੱਲ ਇਹ ਹੈ ਕਿ ਉਹ ਅੰਦੋਲਨ ਲੜ ਰਹੇ ਨੇ, ਅੰਦੋਲਨ ਦੀ ਉਹਨਾਂ ਦੀ ਇੱਕ ਸਹਿਮਤੀ ਹੈ ਘੱਟੋ ਘੱਟ ਪ੍ਰੋਗਰਾਮ ਤੇ, ਅੰਦੋਲਨ ਕਮਜ਼ੋਰ ਨਾ ਹੋ ਜੇ, ਇਸੇ ਕਰਕੇ ਉਹ ਇਹ ਫੈਸਲਾ ਨਹੀਂ ਲੈ ਸਕਦੇ। ਇਸ ਲਈ ਸਭ ਤੋਂ ਨੰਬਰ 1 ਤਰਜੀਹ ਅੰਦੋਲਨ ਹੈ। ਅੰਦੋਲਨ 'ਚ ਜਿਹੜੀ ਵੀ ਕਮਜ਼ੋਰੀ ਜੇਕਰ ਕੋਈ ਆਉਂਦੀ ਹੈ ਤਾਂ ਉਹ ਨਾ ਸਿਆਸਤ 'ਚ ਤਬਦੀਲੀ ਦੀ ਗੱਲ ਕਰੂ ਕਿ ਨਾ ਉਹ ਕਿਸਾਨ ਅੰਦੋਲਨ ਮੈਚਿਓਰ ਨੇ, ਜਿਹੜੇ ਆਗੂ ਨੇ ਉਹਨਾਂ ਦੇ, ਤੇ ਉਹ ਆਗੂ ਚੱਲ ਰਹੇ ਨੇ। ਜੇ ਬਹੁਤ ਟਾਈਮ ਪਿਆ, 4 ਮਹੀਨੇ ਦਾ ਸਮਾਂ ਪਿਆ, ਲੋਕਾਂ ਨੂੰ ਵੀ ਉਹਨਾਂ ਨੂੰ ਸਮਾਂ ਦੇਣਾ ਚਾਹੀਦਾ। ਉਦੋਂ ਤੱਕ ਉਹ ਸੋਚ ਲੈਣਗੇ, ਵਿਚਾਰ ਲੈਣਗੇ ਤੇ ਫੈਸਲਾ ਕਰ ਲੈਣਗੇ ਜੀ। ਜਾਂਦੇ ਦੇ ਆਖਰੀ ਸਵਾਲ, ਜਿਹੜੇ ਗੁਰਨਾਮ ਸਿੰਘ ਚੜੂਨੀ ਨੇ, ਜੇਕਰ ਹਰਿਆਣੇ ਦੀ ਸਿਆਸਤ ਦੀ ਗੱਲ ਕਰੀਏ, ਉਹ ਸਰ ਛੋਟੂ ਰਾਮ ਦੀਆਂ ਪੈੜਾਂ 'ਤੇ ਚੱਲਦੇ ਨੇ। ਉਹਨਾਂ ਨੇ ਹਰਿਆਣੇ 'ਚ ਕਿਤੇ ਨਾ ਕਿਤੇ ਨੁਹਾਰ ਜਾਂ ਪੈਰਾਮੀਟਰ ਜਿਹੜੇ ਸਿਆਸਤ ਦੇ ਬਦਲੇ, ਉਹ ਕਹਿੰਦੇ ਵੀ ਸਰ ਛੋਟੂ ਰਾਮ ਵਾਂਗ ਕਿਉਂ ਨਹੀਂ ਕਿਸਾਨ ਆਪਣੀ ਪਾਰਟੀ ਬਣਾ ਸਕਦੇ? ਜੇ ਚਿੱਕੜ ਨੂੰ ਸਾਫ਼ ਕਰਨਾ ਤਾਂ ਚਿੱਕੜ ਦੇ ਵਿੱਚ ਉਤਰਨਾ ਹੀ ਪਊਗਾ। ਤੁਸੀਂ ਕਿਵੇਂ ਦੇਖਦੇ ਹੋ ਪੰਜਾਬ ਦੇ ਜਿਹੜੇ ਕਿਸਾਨ ਲੀਡਰ ਨੇ, ਉਹਨਾਂ ਨੂੰ ਚੋਣਾਂ ਲੜਨੀਆਂ ਚਾਹੀਦੀਆਂ ਨੇ ਜਾਂ ਨਹੀਂ ਲੜਨੀਆਂ ਚਾਹੀਦੀਆਂ?
ਨਹੀਂ, ਛੋਟੂ ਰਾਮ ਇਸ ਲੈਵਲ ਦੇ ਕਿਸਾਨ ਅੰਦੋਲਨ ਚੋਂ ਪਾਰਟੀ ਨਹੀਂ ਨਾ ਕੱਢਦੇ ਜੀ। ਛੋਟੂ ਰਾਮ ਦੀ ਪਾਰਟੀ ਉਹ ਹੈ ਹੀ ਜਿਹੜੀ ਯੂਨੀਅਨਿਸਟ ਪਾਰਟੀ ਸੀ, ਉਹ ਜਗੀਰ ਗਰੁੱਪ 'ਚ ਅੰਗਰੇਜ਼ਾਂ ਦੇ ਵੇਲੇ ਇੱਕ ਬਣੀ ਸੀ, ਪੋਲੀਟਿਕਸ ਦੇ ਵਿੱਚ ਇੱਕ ਹਿੱਸੇਦਾਰੀ ਦੀ ਕਮਿਊਨਿਟੀ ਦੀ ਗੱਲ ਸੀ। ਔਰ ਉਹ ਪੋਲੀਟੀਕਲ ਪਾਰਟੀ, ਕਿਸਾਨਾਂ ਨੂੰ ਕੌਣ ਰੋਕਦਾ? ਪੋਲੀਟੀਕਲ ਪਾਰਟੀ ਬਣਾ ਕੇ ਆਓ। ਕੇਵਲ ਚੰਡੂਨੀ ਮੋਰਚੇ ਦੇ ਨੂੰ ਆਪਣੇ ਮੋਢੇ ਤੇ ਰੱਖ ਕੇ ਮੋਰਚੇ ਦੇ ਰਾਹੀਂ ਪਾਰਟੀ ਜਿਹੜਾ ਇੱਕ ਇਕੱਲੀ ਦੀ ਗੱਲ ਹੈ, ਉਹ ਵੀ ਦੂਜਿਆਂ ਦੀ ਰਾਏ ਤੋਂ ਬਿਨਾਂ, ਇਹ ਸਵਾਲ ਨਹੀਂ ਹੈ। ਚੰਡੂਨੀ ਸਾਹਿਬ ਨੇ ਇਲੈਕਸ਼ਨ ਇਦੋਂ ਪਹਿਲਾਂ ਵੀ ਲੜੀ ਹੈ, ਉਹਨਾਂ ਦੀ ਪਤਨੀ ਨੇ ਵੀ ਲੜੀ ਹੈ ਆਮ ਆਦਮੀ ਪਾਰਟੀ ਵੱਲੋਂ, ਇਹਨਾਂ ਨੇ ਆਪ ਵੀ ਲੜੀ ਹੈ। ਤੇ ਉਹਦੇ ਨਾਲ ਕੀ ਨਿਕਲਿਆ ਫਿਰ? ਕੀ ਤਬਦੀਲੀ ਕੀਤੀ? ਕਿਉਂਕਿ ਉਦੋਂ ਤੁਹਾਡੇ ਲੋਕ ਨਹੀਂ ਸੀ ਤੁਹਾਡੇ ਨਾਲ, ਹੁਣ ਲੋਕ ਤੁਹਾਡੇ ਨਾਲ ਨੇ ਇਸ ਗੱਲ ਲਈ ਕਿ ਤੁਸੀਂ ਇੱਕ ਮੋਰਚੇ ਦੇ ਸਾਂਝੀਦਾਰ ਹੋ, ਤੇ ਉਹ ਸਾਂਝੇ ਮੋਰਚੇ ਦੇ ਤੌਰ ਦੇ ਉੱਤੇ ਇੱਕ ਲੋਕਾਂ ਦਾ ਇਕੱਠ ਹੈ। ਲੋਕ ਇਹ ਦੇਖਣਾ ਚਾਹੁੰਦੇ ਨੇ ਕਿ ਜਿੰਨੀਆਂ ਜਥੇਬੰਦੀਆਂ ਨੇ ਇਹ ਇਕੱਠੀਆਂ ਰਹਿਣ, ਇਕੱਠੀਆਂ ਹੋ ਕੇ ਜਿਹੜਾ ਇਹਦਾ ਪ੍ਰਭਾਵ ਸਿਰਜਿਆ ਗਿਆ ਦੇਸ਼ ਵਿਦੇਸ਼ ਦੇ ਵਿੱਚ, ਇਹ ਸਿਰਜਿਆ ਰਹੇ, ਇਹ ਮਜ਼ਬੂਤ ਹੋਵੇ, ਇਹ ਸਰਕਾਰ ਤੋਂ ਜਿੱਤ ਕੇ ਆਉਣ। ਜਿੱਤ ਕੇ ਆ ਗਈਆਂ ਇਦੋਂ ਪਹਿਲਾਂ 22 ਤੋਂ, ਤਾਂ ਲਾਜ਼ਮੀ ਪੰਜਾਬ ਦੇ ਵਿੱਚ ਵੀ ਅਲਟਰਨੇਟਿਵ ਪੋਲੀਟਿਕਸ ਵੀ ਆਊਗੀ, ਪਾਰਟੀ ਵੀ ਮੰਚ ਵੀ ਬਣ ਸਕਦਾ ਤੇ ਨਵੀਂ ਸਿਆਸਤ ਵੀ ਆ ਸਕਦੀ ਹੈ। ਪਰ ਉਸ ਕੋਸਟ ਤੇ ਜਿਹੜਾ ਹੁਣ ਚੰਡੂਨੀ ਕਹਿੰਦੇ ਨੇ ਮੈਂ ਆਪਣਾ ਕਹਿਤਾ ਤੇ ਬਾਕੀ, ਇਹਦਾ ਮਤਲਬ ਤਾਂ ਫਿਰ ਤੁਸੀਂ ਉਸ ਅੰਦੋਲਨ ਦੀ ਇੱਕ ਮਰਿਆਦਾ ਜਿਹੜੀ ਓਵਰਆਲ ਹੈ, ਤੁਸੀਂ ਇਹ ਕਹਿ ਸਕਦੇ ਹੋ ਕਿ ਮੇਰਾ ਆਈਡੀਆ ਹੈ, ਮੈਂ ਇੱਕ ਵਾਰ ਰੱਖਤਾ, ਪਰ ਜੇ ਸਾਰਿਆਂ ਦਾ ਨਹੀਂ ਬਣਦਾ, ਮੈਂ ਤੁਹਾਡੇ ਤੇ ਧੱਕੇ ਨਾਲ ਨਹੀਂ ਠੋਸਦਾ, ਮੈਂ ਤੁਹਾਡਾ ਹਿੱਸਾ ਹੈਗਾ। ਜਦ ਤੁਸੀਂ ਬਾਰ-ਬਾਰ ਇਹੀ ਕਹਿੰਦੇ ਮੈਂ ਤਾਂ ਇਹੀ ਕਰੂੰਗਾ, ਮੇਰਾ ਤਾਂ ਇਹ, ਫਿਰ ਤਾਂ ਸਾਰਿਆਂ ਦੀ ਅੱਡ-ਅੱਡ ਪੋਲੀਟਿਕਸ ਹੈ। ਸੀਪੀਆਈ ਪਹਿਲਾਂ ਹੀ ਚੋਣਾਂ ਲੜਦੀ ਹੈ, ਸੀਪੀਐਮ ਪਹਿਲਾਂ ਹੀ ਚੋਣਾਂ ਲੜਦੀ ਹੈ, ਕਮਿਊਨਿਸਟ ਕਿੰਨੇ ਹੀ ਹੋਰ ਚੋਣਾਂ ਲੜਦੇ ਨੇ। ਈਵਨ ਰਾਜੇਵਾਲ ਉਹਨਾਂ ਦੀ ਧਿਰ ਨੇ ਵੀ ਵੱਖ-ਵੱਖ ਪਾਰਟੀਆਂ ਦੀ ਵੱਖ-ਵੱਖ ਸਪੋਰਟ ਕੀਤੀ, ਲਖੋਵਾਲ ਨੇ ਵੀ ਕੀਤੀ, ਬਥੇਰੀਆਂ ਜਥੇਬੰਦੀਆਂ ਨੇ। ਫਿਰ ਤਾਂ ਉਹ ਆਪੋ ਆਪਣੇ ਨਾਲ ਚਲੀਆਂ ਜਾਣਗੀਆਂ ਜੇ ਕਰੇ ਕਰੋਗੇ। ਇਹ ਨਹੀਂ ਨਾ ਤਰੀਕਾ ਹੁੰਦਾ। ਉਹਦੇ 'ਚ ਅਸਲ ਦੇ ਵਿੱਚ ਸੋਚਣ ਦਾ ਤਰੀਕਾ ਇਹ ਹੁੰਦਾ ਕਿ ਤੁਸੀਂ ਆਪਣੀ ਗੱਲ ਵੀ ਕਹਿਣੀ ਹੁੰਦੀ ਹੈ, ਪਰ ਇੱਕ ਸਾਂਝਾ ਮੋਰਚੇ ਦਾ ਧਰਮ ਵੀ ਨਿਭਾਉਣਾ ਹੁੰਦਾ। ਦੋਨਾਂ ਨੂੰ ਆਪਣੇ ਆਪ ਤਰੀਕੇ ਨਾਲ ਰੱਖੋ। ਦੂਜੀ ਗੱਲ ਇਹ, ਤੁਸੀਂ ਆਪਣੀ ਗੱਲ ਕਹਿਤੀ, 32 ਕਿਸਾਨ ਜਥੇਬੰਦੀਆਂ ਪੰਜਾਬ ਦੀਆਂ ਨੇ ਜਿਨ੍ਹਾਂ ਨੇ ਅੰਦੋਲਨ ਸ਼ੁਰੂ ਕੀਤਾ, ਜਿਨ੍ਹਾਂ ਨੇ ਅੰਦੋਲਨ ਦੇ ਵਿੱਚ ਨਾਲ ਹਰਿਆਣੇ ਨੂੰ ਲਿਆ, ਨਾਲ ਚੰਡੂਨੀ ਨੂੰ ਵੀ ਲਿਆ, ਨਾਲ ਸਾਰਿਆਂ ਨੂੰ ਲਿਆ। ਪੰਜਾਬ ਲਈ ਕੀ ਸੋਚਣਾ ਹੈ, ਇਹ 32 ਜਥੇਬੰਦੀਆਂ ਤੇ ਛੱਡ ਦੇਣਾ ਚਾਹੀਦਾ ਸੀ। ਆਪਣੀ ਰਾਏ ਦੇਣ ਦੀ ਗੱਲ ਹੈ, ਪਰ ਜਦੋਂ ਪੰਜਾਬ 'ਚ ਆ ਕੇ ਕੰਪੇਨ ਕਰਦੇ ਨੇ ਤਾਂ ਥੋੜ੍ਹੀ ਜਿਹੀ ਅਲੱਗ ਗੱਲ ਹੈ। ਮੈਨੂੰ ਪਤਾ ਕਿ ਜਦੋਂ ਟਕੈਤ ਹੋਣੀ ਹਰਿਆਣੇ 'ਚ ਆ ਕੇ ਕਿਸਾਨ ਪੰਚਾਇਤਾਂ ਕਰਨ ਲੱਗੇ ਸੀ, ਉਦੋਂ ਚੰਡੂਨੀ ਸਾਹਿਬ ਨੂੰ ਵੀ ਤਕਲੀਫ ਹੋਈ ਸੀ ਕਿ ਮੇਰੇ ਰਾਜ 'ਚ ਆ ਕੇ, ਹਾਲਾਂਕਿ ਉਹ ਤਾਂ ਕਹਿੰਦੇ ਨੇ ਕਿ ਸਾਡਾ ਪਹਿਲਾਂ ਹੀ ਹੈ। ਇਹਨਾਂ ਗੱਲਾਂ ਨੂੰ ਜਦੋਂ ਤੁਸੀਂ ਸਾਂਝੇ ਮਿਲ ਕੇ ਚੱਲਦੇ ਹੁੰਦੇ ਹੋ, ਸੰਵੇਦਨਸ਼ੀਲਤਾ ਦੇ ਨਾਲ ਸੋਚਣ ਦਾ ਕੁਐਸਚਨ ਹੁੰਦਾ। ਇਹ ਕੋਈ ਉਹਦੀ ਰਾਏ ਗਲਤ ਨਹੀਂ ਹੈ ਕਿ ਕਿਸਾਨੀ 'ਚੋਂ ਪਾਰਟੀ ਨਿਕਲੇ, ਚੋਣਾਂ, ਇਹ ਤਮੰਨਾ ਹੈ ਬਥੇਰੇ ਲੋਕਾਂ ਦੀ, ਪਰ ਉਹ ਕਦੋਂ ਨਿਕਲਣੀ ਹੈ, ਕਿਵੇਂ ਨਿਕਲਣੀ ਹੈ, ਇਹ ਤਾਂ ਉਹਨਾਂ ਤੇ ਛੱਡ ਦਿਓ ਨਾ। ਤੁਸੀਂ ਆਪਣੇ ਤੇ ਨਾ ਇੱਕ ਕਲੈਕਟਿਵ ਫੈਸਲਾ ਕਰਕੇ ਆਓ, ਸਮੂਹਿਕ ਫੈਸਲਾ ਕਰਕੇ ਆਓ, ਤਾਂ ਲੋਕ ਵੈਲਕਮ ਕਰਨਗੇ। ਜੇ ਇਕੱਲਾ ਕਹਿ ਰਿਹਾ ਆਓਗੇ, ਸ਼ਾਇਦ ਉਸ ਲੈਵਲ ਦਾ ਨਾ ਤੁਹਾਡੀ ਤਾਕਤ ਹੋਣੀ ਹੈ, ਨਾ ਵੈਲਕਮ ਹੋਣਾ ਹੈ, ਤੇ ਉਹਦੇ ਨਾਲ ਮੋਰਚੇ ਦਾ ਨੁਕਸਾਨ ਹੋਏਗਾ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਇਹ ਸੀਗੇ ਸੀਨੀਅਰ ਜਰਨਲਿਸਟ ਸਾਡੇ ਨਾਲ ਹਰਮੀਤ ਸਿੰਘ ਹੋਰੀ, ਜਿਨ੍ਹਾਂ ਨੇ ਆਪਣੀ ਕਿਸਾਨ ਅੰਦੋਲਨ ਨੂੰ ਲੈ ਕੇ ਤੇ ਸਿਆਸੀ ਚੋਣਾਂ ਲੜਨੀਆਂ ਚਾਹੀਦੀਆਂ ਨੇ ਜਾਂ ਨਹੀਂ ਕਿਸਾਨ ਜਥੇਬੰਦੀਆਂ ਨੂੰ, ਉਸ ਨੂੰ ਲੈ ਕੇ ਆਪਣੀਆਂ ਜਿਹੜੀਆਂ ਰਾਵਾਂ ਨੇ ਉਹ ਸਾਡੇ ਨਾਲ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਫਿਰ ਕਿਸੇ ਹਸਤੀ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ ਸਮਾਜਿਕ ਮੁੱਦਿਆਂ ਨੂੰ ਲੈ ਕੇ। ਤਦ ਤੱਕ ਲਈ ਇਜਾਜ਼ਤ ਦਿਓ। ਕੈਮਰਾਮੈਨ ਸੋਨੂੰ ਜਾਂਸਲਾ ਦੇ ਨਾਲ ਮੈਂ ਸਫਰ, ਚੰਡੀਗੜ੍ਹ ਤੋਂ।